ਹੈਲੋ एवरीवन ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਇਸ YouTube ਚੈਨਲ ਕਲਟੀਵੇਸ਼ਨ ਆਫ ਮਾਈਂਡ ਤੇ। ਅੱਜ ਅਸੀਂ ਕਰਨ ਜਾ ਰਹੇ ਹਾਂ ਨੈਕਸਟ ਚੈਪਟਰ ਸਾਡਾ ਇੰਟੈਗਰਲ ਕੈਲਕੂਲਸ। ਇਸ ਚੈਪਟਰ ਨੂੰ ਮੈਂ ਰਾਜੇ ਦੋ ਪਾਰਟ ਦੇ ਵਿੱਚ ਡਿਵਾਈਡ ਕੀਤਾ ਹੈ। ਪਹਿਲੇ ਪਾਰਟ ਦੇ ਵਿੱਚ ਅਸੀਂ ਕੰਪਲੀਟ ਕਰਾਂਗੇ ਇਨਡੈਫੀਨਿਟ ਇੰਟੈਗਰਲ ਨੂੰ ਤੇ ਦੂਸਰੇ ਪਾਰਟ ਦੇ ਵਿੱਚ ਅਸੀਂ ਕੰਪਲੀਟ ਕਰਾਂਗੇ ਡੈਫੀਨਿਟ ਇੰਟੈਗਰਲ ਨੂੰ। ਦੋ ਪਾਰਟ ਦੇ ਵਿੱਚ ਮੈਂ ਪੂਰੇ ਦੇ ਪੂਰੇ ਚੈਪਟਰ ਨੂੰ ਡਿਵਾਈਡ ਕਰਤਾ ਦੋ ਵੀਡੀਓਜ਼ ਦੇ ਵਿੱਚ। ਇਸ ਵੀਡੀਓ ਦੇ ਵਿੱਚ ਅਸੀਂ ਕੰਪਲੀਟ ਕਰਾਂਗੇ ਇਨਡੈਫੀਨਿਟ ਇੰਟੈਗਰਲ ਬਾਰੇ। ਪਹਿਲਾਂ ਥੋੜਾ ਜਿਹਾ ਰਿਵੀਜ਼ਨ ਕਰ ਲੈਂਦੇ ਹਾਂ। ਲਾਸਟ ਜੋ ਅਸੀਂ ਪੜ੍ਹਿਆ ਸੀ ਚੈਪਟਰ ਜਿਹੜਾ ਸੀ ਸਾਡਾ ਡਿਫਰੈਂਸ਼ੀਏਸ਼ਨ। ਜਦੋਂ ਅਸੀਂ ਡੈਫੀਨੇਸ਼ਨ ਪੜ੍ਹੀ ਸੀ ਡਿਫਰੈਂਸ਼ੀਏਸ਼ਨ ਦੀ ਤਾਂ ਮੈਂ ਡਿਫਰੈਂਸ਼ੀਏਸ਼ਨ ਦੀ ਡੈਫੀਨੇਸ਼ਨ ਵੇਲੇ ਕਿਹਾ ਸੀ ਕਿ ਡਿਫਰੈਂਸ਼ੀਏਸ਼ਨ ਕੀ ਹੈ, ਸਾਡੇ ਕੋਲ ਇੱਕ ਪ੍ਰੋਸੈਸ ਹੈ ਜਿਹਦੇ ਰਾਹੀਂ ਅਸੀਂ ਗਿਵਨ ਫੰਕਸ਼ਨ ਦਾ ਡੈਰੀਵੇਟਿਵ ਪੋਸੀਬਲ ਹੈ ਜਾਂ ਨਹੀਂ ਇਹ ਪਤਾ ਲਗਾ ਸਕਦੇ ਹਾਂ। ਇਸੇ ਤਰ੍ਹਾਂ ਅਗਰ ਗੱਲ ਕਰੀਏ ਇੰਟੀਗ੍ਰੇਸ਼ਨ ਦੇ ਡੈਫੀਨੇਸ਼ਨ ਦੀ ਤਾਂ ਇੰਟੀਗ੍ਰੇਸ਼ਨ ਵੀ ਸਾਡੇ ਕੋਲ ਜੀ ਇੱਕ ਪ੍ਰੋਸੈਸ ਹੈ ਜਿਸ ਦੇ ਰਾਹੀਂ ਅਸੀਂ ਪਤਾ ਲਗਾ ਸਕਦੇ ਹਾਂ ਵੀ ਜੋ ਸਾਡੇ ਕੋਲ ਗਿਵਨ ਫੰਕਸ਼ਨ ਹੈ ਉਹਦਾ ਇੰਟੈਗਰਲ ਪੋਸੀਬਲ ਹੈ ਕਿ ਨਹੀਂ। ਇੱਥੇ ਇੱਕ ਦੂਸਰੀ ਗੱਲ ਜਿਹੜੀ ਲਿਖੀ ਹੋਈ ਹੈ ਉਹ ਇਹ ਹੈ ਕਿ ਇੰਟੀਗ੍ਰੇਸ਼ਨ ਤੇ ਡਿਫਰੈਂਸ਼ੀਏਸ਼ਨ ਦੇ ਵਿੱਚ ਕੀ ਰਿਲੇਸ਼ਨ ਹੈ। ਤਾਂ ਗੱਲ ਕਰੀਏ ਰਿਲੇਸ਼ਨ ਦੀ ਤਾਂ ਇੰਟੀਗ੍ਰੇਸ਼ਨ ਜਿਹੜਾ ਹੈ ਰਾਜੇ ਉਹ ਇਨਵਰਸ ਹੈ ਡਿਫਰੈਂਸ਼ੀਏਸ਼ਨ ਦਾ। ਨੋਟ ਅਗਰ ਪੜ੍ਹੀਏ ਤਾਂ ਨੋਟ ਦੇ ਵਿੱਚ ਵੀ ਮੈਂ ਜਿਹੜਾ ਹੈ ਲਿਖਿਆ ਹੋਇਆ ਕਿ ਜਿਹੜਾ ਸਾਡੇ ਕੋਲ ਇਨਡੈਫੀਨਿਟ ਇੰਟੈਗਰਲ ਹੈ ਉਹਨੂੰ ਮੈਂ ਐਂਟੀ ਡੈਰੀਵੇਟਿਵ ਦੇ ਨਾਲ ਰਿਪਰੈਜ਼ੈਂਟ ਕੀਤਾ। ਐਂਟੀ ਡੈਰੀਵੇਟਿਵ ਕਹਿ ਲਓ ਚਾਹੇ ਇਨਵਰਸ ਕਹਿ ਲਓ। ਤਾਂ ਇਹਨਾਂ ਦੋਨਾਂ ਵਿੱਚ ਕੀ ਰਿਲੇਸ਼ਨ ਹੈ ਕਿ ਇਹ ਇੱਕ ਦੂਸਰੇ ਦੇ ਇਨਵਰਸ ਨੇ, ਐਂਟੀ ਨੇ। ਨੋਟ ਜਿਹੜਾ ਰਾਜੇ ਕਾਫੀ ਇੰਪੋਰਟੈਂਟ ਹੈ। ਨੋਟ ਦੇ ਵਿੱਚ ਸਾਨੂੰ ਬੇਸਿਕ ਕੰਪਲੀਟ ਕਰ ਰਹੇ ਹਾਂ। ਸਭ ਤੋਂ ਪਹਿਲਾਂ ਅਸੀਂ ਥੋੜ੍ਹਾ ਬੇਸਿਕ ਜਿਹੜਾ ਕਰ ਰਹੇ ਹਾਂ। ਆਲਰੇਡੀ ਤੁਹਾਡੇ ਵਿੱਚੋਂ ਮੈਕਸਿਮਮ ਸਟੂਡੈਂਟਸ ਨੇ ਜਿਹੜਾ ਇਹ ਸਾਰਾ ਕੁਝ ਰਿਵਾਈਜ਼ ਕਰ ਰੱਖਿਆ ਹੋਣਾ ਹੈ ਨਾ, ਕਿਉਂਕਿ ਤੁਸੀਂ ਆਲਰੇਡੀ ਟੀਚ ਕਰ ਰਹੇ ਹੋਵੋਗੇ। ਪਰ ਕੁਝ ਸਟੂਡੈਂਟਸ ਜਿਨ੍ਹਾਂ ਦਾ ਜਿਹੜਾ ਟੱਚ ਬਿਲਕੁਲ ਹੀ ਨਹੀਂ ਸੀਗਾ ਕੁਝ ਟਾਈਮ ਤੋਂ ਮੈਥਮੈਟਿਕਸ ਦੇ ਨਾਲ, ਤਾਂ ਮੈਂ ਇਸ ਲਈ ਥੋੜ੍ਹਾ ਬੇਸਿਕ ਜਿਹੜਾ ਕਰਵਾ ਰਿਹਾ ਤਾਂ ਕਿ ਉਹ ਜਿਹੜਾ ਤੁਹਾਡਾ ਰਿਕਾਲ ਹੋ ਜੇ ਸਾਰਾ ਕੁਝ। ਨੋਟ ਦੇ ਵਿੱਚ ਮੈਂ ਲਿਖਿਆ ਹੋਇਆ ਕਿ ਜਿਹੜਾ ਡੈਰੀਵੇਟਿਵ ਹੈ ਉਹ ਫੰਕਸ਼ਨ ਦਾ ਉਹ ਯੂਨੀਕ ਹੁੰਦਾ ਅਗਰ ਐਗਜ਼ਿਸਟ ਕਰਦਾ। ਕੋਈ ਫੰਕਸ਼ਨ ਅਗਰ ਉਹਦਾ ਡੈਰੀਵੇਟਿਵ ਐਗਜ਼ਿਸਟ ਕਰਦਾ ਤਾਂ ਯੂਨੀਕ ਵੈਲਿਊ ਹੋਊਗੀ ਹੈ ਨਾ। ਯੂਨੀਕ ਮਤਲਬ ਵੀ ਉਹਦੀ ਸਿੰਗਲ ਵੈਲਿਊ ਆਊਗੀ। ਲੇਕਿਨ ਗੱਲ ਕਰੀਏ ਇਨਡੈਫੀਨਿਟ ਇੰਟੈਗਰਲ ਦੀ, ਇਨਡੈਫੀਨਿਟ ਇੰਟੈਗਰਲ ਦੀ ਗੱਲ ਕਰ ਰਹੇ ਹਾਂ ਅਸੀਂ, ਡੈਫੀਨਿਟ ਦੀ ਨਹੀਂ। ਇਨਡੈਫੀਨਿਟ ਇੰਟੈਗਰਲ ਦੀ ਗੱਲ ਕਰੀਏ ਅਜੇ ਤਾਂ ਉਹ ਕੀ ਆਪਣੇ ਕੋਲ ਮਲਟੀ ਵੈਲਿਊਡ ਫੰਕਸ਼ਨ ਹੈ, ਮੈਨੀ ਵੈਲਿਊਡ ਫੰਕਸ਼ਨ ਹੈ। ਤਾਂ ਇਹ ਜਿਹੜੀ ਨੋਟ ਹੈ ਇਹ ਸਾਡੇ ਕੋਲ ਇਹ ਆਪਾਂ ਕਿਵੇਂ ਇਹਨੂੰ ਜਸਟੀਫਾਈ ਕਰਾਂਗੇ, ਕਿਸ ਤਰ੍ਹਾਂ ਅਸੀਂ ਇਹਨੂੰ ਜਿਹੜਾ ਥੋੜ੍ਹਾ ਜਿਹਾ ਐਕਸਪਲੇਨ ਕਰ ਸਕਦੇ ਹਾਂ ਉਹ ਦੇਖ ਲੈਂਦੇ ਹਾਂ ਵਿਦ ਦੀ ਹੈਲਪ ਆਫ ਐਗਜ਼ਾਮਪਲਸ। ਐਗਜ਼ਾਮਪਲ ਸਭ ਤੋਂ ਪਹਿਲਾਂ ਮੈਂ ਕਹਾਂ ਵੀ ਜੇ ਵੀ ਡੈਰੀਵੇਟਿਵ ਕਰਨਾ ਅਸੀਂ ਐਕਸ ਦਾ ਵਿਦ ਰਿਸਪੈਕਟ ਟੂ ਐਕਸ ਦੇ, ਤਾਂ ਤੁਸੀਂ ਕਹੋਗੇ ਜੀ ਬੜਾ ਆਸਾਨ ਹੈ, ਵਨ ਆਨਸਰ ਆ ਗਿਆ। ਅਗਰ ਮੈਂ ਕਹਾਂ ਡੈਰੀਵੇਟਿਵ ਕਰਨਾ ਐਕਸ ਪਲੱਸ 1 ਦਾ ਵਿਦ ਰਿਸਪੈਕਟ ਟੂ ਐਕਸ ਦੇ ਤਾਂ ਉਹਦਾ ਆਨਸਰ ਵੀ ਕੀ ਆਊਗਾ, 1 ਆਊਗਾ। ਅਗਰ ਅਸੀਂ ਡੈਰੀਵੇਟਿਵ ਕਰਨਾ ਐਕਸ ਪਲੱਸ 2 ਦਾ ਵਿਦ ਰਿਸਪੈਕਟ ਟੂ ਐਕਸ ਦੇ ਉਹਦਾ ਆਨਸਰ ਵੀ ਕਿੰਨਾ ਆਊਗਾ ਆਪਣੇ ਕੋਲ, 1 ਹੀ ਆਊਗਾ ਹੈ ਨਾ। ਕਿਉਂਕਿ ਸਾਨੂੰ ਪਤਾ ਹੈ ਕਿ ਐਕਸ ਜਿਹੜਾ ਵੇਰੀਏਬਲ ਹੈ ਅਤੇ 2 ਕੌਂਸਟੈਂਟ ਹੈ। ਕੌਂਸਟੈਂਟ ਦਾ ਡੈਰੀਵੇਟਿਵ ਤਾਂ 0 ਹੁੰਦਾ ਹੈ ਤਾਂ ਵੇਰੀਏਬਲ ਦਾ ਕੀ ਹੋ ਜਾਊਗਾ ਆਪਣੇ ਕੋਲ ਐਕਸ ਦਾ ਵਿਦ ਰਿਸਪੈਕਟ ਟੂ ਐਕਸ ਦੇ 1 ਆ ਜਾਊਗਾ। ਇਹ ਤਾਂ ਗੱਲ ਸੀਗੀ ਡੈਰੀਵੇਟਿਵ ਦੀ। ਅਗਰ ਗੱਲ ਕਰੀਏ ਇੰਟੀਗ੍ਰੇਸ਼ਨ ਦੀ ਤਾਂ ਇੰਟੀਗ੍ਰੇਸ਼ਨ ਨੂੰ ਅਸੀਂ ਕੀ ਕਿਹਾ, ਇਨਵਰਸ ਆਫ ਡਿਫਰੈਂਸ਼ੀਏਸ਼ਨ। ਕਹਿਣ ਦਾ ਮਤਲਬ ਵੀ ਜੇ ਅਗਰ ਅਸੀਂ 1 ਦਾ ਇੰਟੀਗ੍ਰੇਸ਼ਨ ਕਰਾਂਗੇ ਤਾਂ ਸਾਡੇ ਕੋਲ ਇੱਥੇ ਆਨਸਰ ਕੀ ਆਉਣਾ ਚਾਹੀਦਾ, ਐਕਸ ਆਉਣਾ ਚਾਹੀਦਾ। ਇਹ ਕੌਣ ਕਹਿ ਰਿਹਾ, ਇਹ 1 ਕੇਸ ਕਹਿ ਰਿਹਾ, ਇਹਨੂੰ 1 ਕੇਸ ਕਹਿ ਲਓ ਪਹਿਲਾ ਕੇਸ। ਪਰ 2 ਜਿਹੜਾ ਕੇਸ ਹੈ ਸਾਡੇ ਕੋਲ ਉਹ ਕਹਿੰਦਾ ਨਹੀਂ, ਇੱਦਾਂ ਦਾ ਨਹੀਂ ਹੈ। ਜੇ ਤੁਸੀਂ 1 ਦਾ ਇੰਟੀਗ੍ਰੇਸ਼ਨ ਕਰੋਗੇ ਤਾਂ ਤੁਹਾਡੇ ਕੋਲ ਐਕਸ ਪਲੱਸ 1 ਆਊਗਾ। 3 ਕੇਸ ਜਿਹੜਾ ਉਹਨੇ ਹੋਰ ਉਲਝਾਤੀ ਗੱਲ, ਉਹ ਕਹਿੰਦਾ ਨਹੀਂ ਜੇ ਤੁਸੀਂ 1 ਦਾ ਇੰਟੀਗ੍ਰੇਸ਼ਨ ਕਰੋਗੇ ਤਾਂ ਤੁਹਾਡੇ ਕੋਲ ਐਕਸ ਪਲੱਸ 2 ਆਉਣਾ ਚਾਹੀਦਾ। ਇੱਥੇ ਹੋਰ ਵੀ ਕੇਸ ਬਣ ਸਕਦੇ ਨੇ, ਜਿੱਦਾਂ ਕਿ ਅਸੀਂ ਐਕਸ ਪਲੱਸ 17 ਲੈ ਲਈਏ ਤਾਂ ਉਹਦਾ ਡੈਰੀਵੇਟਿਵ ਵੀ ਕਿਆ ਆਊਗਾ, 1 ਆਊਗਾ। ਤਾਂ 4th ਕੇਸ ਕਹਿੰਦਾ ਨਹੀਂ ਜੀ ਤੁਸੀਂ 1 ਦਾ ਇੰਟੀਗ੍ਰੇਸ਼ਨ ਕਰੋਗੇ ਤਾਂ ਤੁਹਾਡੇ ਕੋਲ ਐਕਸ ਪਲੱਸ 17 ਆਊਗਾ। ਤਾਂ ਇਹ ਆਪਣੇ ਕੋਲ ਕੀ ਹੋਊਗੀ, ਕਨਫਿਊਜ਼ਨ ਕ੍ਰੀਏਟ ਹੋ ਗਈ। ਤਾਂ ਇਸ ਜਿਹੜੀ ਕਨਫਿਊਜ਼ਨ ਹੈ ਇਸ ਨੂੰ ਸੋਲਵ ਕਰਨ ਲਈ ਫਿਰ ਕੀ ਸੋਲਿਊਸ਼ਨ ਕੱਢਿਆ ਗਿਆ, ਉਹ ਸੋਲਿਊਸ਼ਨ ਕੱਢਿਆ ਗਿਆ ਜੋ ਕਿ ਅਸੀਂ ਰਿਮਾਰਕ ਦੇ ਵਿੱਚ 4th ਪੁਆਇੰਟ ਲਿਖ ਰੱਖਿਆ। ਕਹਿੰਦੇ ਜੇ ਮੰਨ ਲਓ ਹੁਣ ਤੁਹਾਡੇ ਕੋਲ ਆਹ ਸਿਰਫ ਵੇਰੀਏਬਲ ਦੇ ਨਾਲ ਜਿਹੜਾ ਕੌਂਸਟੈਂਟ ਹੈ ਇਹਦੀ ਹੀ ਪ੍ਰੋਬਲਮ ਆ ਰਹੀ ਹੈ ਤਾਂ ਕਿਉਂ ਨਾ ਅਸੀਂ ਇੱਕ ਜਰਨਲ ਕੌਂਸਟੈਂਟ ਲਗਾ ਦਈਏ ਹੈ ਨਾ। ਕੋਈ ਇਹੋ ਜਿਹਾ ਕੌਂਸਟੈਂਟ ਵੀ ਜਿਹਨੂੰ ਅਸੀਂ ਕਹਿ ਸਕੀਏ ਵੀ ਇਹਦੀ ਵੈਲਿਊ ਜਿਹੜੀ ਹੈ ਕੁਝ ਵੀ ਆ ਸਕਦੀ ਹੈ, 0 1 2 3 4 ਅਪ ਟੂ ਸੋ ਐਨ। ਤਾਂ ਹੁਣ ਫਿਰ ਇਸ ਤੋਂ ਬਾਅਦ ਅਸੀਂ ਇਨਡੈਫੀਨਿਟ ਇੰਟੈਗਰਲ ਦੇ ਵਿੱਚ ਕੀ ਕੀਤਾ, ਇਨਡੈਫੀਨਿਟ ਇੰਟੈਗਰਲ 'ਚ ਅਸੀਂ ਕਿਹਾ ਵੀ ਕਿਸੇ ਵੀ ਫੰਕਸ਼ਨ ਦਾ ਜਦੋਂ ਅਸੀਂ ਇੰਟੀਗ੍ਰੇਸ਼ਨ ਕਰਦੇ ਹਾਂ, ਇੰਟੀਗ੍ਰੇਸ਼ਨ ਕਰਨ ਤੋਂ ਬਾਅਦ ਜੋ ਵੈਲਿਊ ਉਹਦੀ ਆਉਂਦੀ ਹੈ ਉਹਦੇ ਨਾਲ ਅਸੀਂ ਪਲੱਸ ਸੀ ਇੱਕ ਕੌਂਸਟੈਂਟ ਜ਼ਰੂਰ ਲਗਾਵਾਂਗੇ। ਕਿਉਂਕਿ ਸਾਨੂੰ ਨਹੀਂ ਪਤਾ ਵੀ ਇਹ ਇੰਟੀਗ੍ਰੇਸ਼ਨ ਜਿਹੜਾ ਹੈ ਉਹ ਕਿਹੜੇ ਡੈਰੀਵੇਟਿਵ ਦਾ ਹੈ। ਉਹ ਐਕਸ ਦਾ ਹੈ, ਉਹ ਐਕਸ ਪਲੱਸ 1 ਦਾ ਹੈ, ਐਕਸ ਪਲੱਸ 2 ਦਾ ਹੈ, ਐਕਸ ਪਲੱਸ 17 ਦਾ ਹੈ।
ਇਸੇ ਕਰਕੇ ਅਸੀਂ ਕੀ ਕੀਤਾ, ਇੱਕ ਕੌਂਸਟੈਂਟ ਲਗਾ ਦਿੱਤਾ ਜਿਸ ਨੂੰ ਅਸੀਂ ਕੀ ਕਿਹਾ ਗਿਆ, ਕੌਂਸਟੈਂਟ ਆਫ ਇੰਟੀਗ੍ਰੇਸ਼ਨ। ਤਾਂ ਇਸ ਰਿਮਾਰਕ ਨੂੰ ਜਿਹੜਾ ਪੜ੍ਹ ਲੈਂਦੇ ਹਾਂ ਅਸੀਂ। ਰਿਮਾਰਕ ਦੇ ਵਿੱਚ ਕਹਿੰਦੇ ਅਗਰ ਤੁਹਾਡੇ ਕੋਲ ਕੋਈ ਵੀ ਫੰਕਸ਼ਨ ਹੈ f(x) ਜਿਹੜਾ ਕਿ ਐਂਟੀ ਡੈਰੀਵੇਟਿਵ ਹੈ ਸਮਾਲ f(x) ਦਾ ਔਨ a b ਕਲੋਜ਼ਡ ਇੰਟਰਵਲ, ਤਾਂ ਅਸੀਂ ਲਿਖ ਸਕਦੇ ਹਾਂ ਇੰਟੀਗ੍ਰੇਸ਼ਨ ਆਫ f(x) ਸਮਾਲ f(x) ਇੰਟੂ dx ਬਰਾਬਰ ਹੋਵੇਗਾ ਕੈਪੀਟਲ f(x) ਪਲੱਸ c ਦੇ, ਤੇ x ਜਿਹੜਾ ਬਿਲੋਂਗ ਕਰੂਗਾ ਉਹ a to b। ਹੁਣ ਦੇਖੋ ਰਾਜੇ, ਅਗਰ ਮੈਂ ਇੱਥੇ ਇੱਕ ਕੰਡੀਸ਼ਨ ਲਗਾ ਦੇਵਾਂ, ਡੋਮੇਨ ਲਿਖ ਦੇਵਾਂ x ਦੀ, ਜਿਹੜਾ x ਹੈ ਉਹ a to b ਜਿਹੜਾ ਕੀ ਆ ਵੇਰੀ ਕਰਦਾ, ਤਾਂ ਇਹ ਜਿਹੜਾ ਆਪਣੇ ਕੋਲ ਇੰਟੀਗ੍ਰੇਸ਼ਨ ਹੈ ਉਹ ਕੀ ਬਣ ਜਾਊਗਾ, ਡੈਫੀਨੇਟ ਬਣ ਜਾਊਗਾ। ਤਾਂ ਇੱਥੇ ਆਪਾਂ ਕੀ ਕਰਾਂਗੇ, a ਤੋਂ b ਦੀ ਲਿਮਿਟ ਲਿਖ ਦਾਂਗੇ। ਪਰ ਜਦੋਂ ਆਪਾਂ ਇਨਡੈਫੀਨੇਟ ਇੰਟੈਗਰਲ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਅਸੀਂ ਲਿਮਿਟ ਯੂਜ਼ ਨਹੀਂ ਕਰਦੇ, ਉਹਦੇ ਵਿੱਚ ਸਾਡੇ ਕੋਲ ਡੋਮੇਨ ਜਿਹੜੀ ਹੈ ਉਹ ਡਿਫਾਈਨਡ ਨਹੀਂ ਹੁੰਦੀ। ਇਸੇ ਕਰਕੇ ਜਿਹੜਾ ਅਸੀਂ ਇਹਨੂੰ ਇਨਡੈਫੀਨੇਟ ਇੰਟੈਗਰਲ ਦਾ ਨਾਮ ਦਿੰਦੇ ਹਾਂ। ਇਹ ਰਿਮਾਰਕ ਦੇ ਵਿੱਚ ਕੁਝ ਗੱਲਾਂ ਲਿਖੀਆਂ ਹੋਈਆਂ ਨੇ। ਸਿੰਪਲ ਕੀ ਆ, ਸਾਈਨ ਜਿਹੜਾ ਹੁੰਦਾ ਇੰਟੀਗ੍ਰੇਸ਼ਨ ਦਾ ਸਾਈਨ ਹੁੰਦਾ ਹੈ, ਇੰਟੈਗਰੈਂਟ ਕਹਿੰਦੇ ਜਿਹਦਾ ਇੰਟੀਗ੍ਰੇਸ਼ਨ ਹੋਣਾ ਹੈਗਾ, ਠੀਕ ਹੈ ਜੀ। ਕੌਂਸਟੈਂਟ f(x) ਤੇ ਨੂੰ ਜਿਹੜਾ ਹੈ ਆਪਾਂ ਕੀ ਕਹਿੰਦੇ ਐਲੀਮੈਂਟ ਆਫ ਇੰਟੀਗ੍ਰੇਸ਼ਨ f(x) ਇੰਟੂ dx, ਇੱਥੇ ਸਮੋਲ ਆਊਗਾ ਰਾਜੇ, ਇਹ ਕਰੈਕਸ਼ਨ ਕਰ ਲਿਓ। ਸਮੋਲ f(x) ਇੰਟੂ dx ਨੂੰ ਕਹਿੰਦੇ ਐਲੀਮੈਂਟ ਆਫ ਇੰਟੀਗ੍ਰੇਸ਼ਨ। ਇਹਨੂੰ ਅਸੀਂ ਕੀ ਕਹਿੰਦੇ ਆ, ਮਤਲਬ ਇੰਟੀਗ੍ਰੇਸ਼ਨ ਦੇ ਨਾਲ dx ਲੱਗਿਆ ਹੋਵੇ ਉਹਨੂੰ ਬੋਲਦੇ ਹਾਂ ਅਸੀਂ ਇੰਟੈਗਰਲ ਵਿਦ ਰਿਸਪੈਕਟ ਟੂ x ਦੇ। ਤੇ dx ਕੀ ਹੁੰਦਾ ਆਪਣੇ ਕੋਲ, ਡਿਫਰੈਂਸ਼ੀਏਸ਼ਨ ਆਫ x। a b ਕੀ ਆਪਣੇ ਕੋਲ, ਡੋਮੇਨ ਆਫ ਇੰਟੀਗ੍ਰੇਸ਼ਨ, ਮੈਂ ਆਲਰੇਡੀ ਤੁਹਾਨੂੰ ਦੱਸਿਆ। ਇਸ ਤੋਂ ਬਾਅਦ ਅਸੀਂ ਕੀ ਕਰਾਂਗੇ, ਸਟੈਂਡਰਡ ਫਾਰਮੂਲੇ ਪੜਾਂਗੇ। ਸਟੈਂਡਰਡ ਫਾਰਮੂਲੇ ਦਾ ਕੀ ਮਤਲਬ ਹੈ? ਸਟੈਂਡਰਡ ਫਾਰਮੂਲੇ ਦਾ ਮਤਲਬ ਹੈ ਜੋ ਤੁਹਾਨੂੰ ਫੰਕਸ਼ਨ ਇੱਥੇ ਦੇ ਰੱਖੇ ਨੇ ਉਹੀ ਫੰਕਸ਼ਨ ਹੋਣੇ ਚਾਹੀਦੇ ਨੇ। ਇਸ ਤੋਂ ਇਲਾਵਾ ਅਗਰ ਕੁਝ ਵੀ ਚੇਂਜਸ ਨੇ ਤਾਂ ਇਹ ਫਾਰਮੂਲੇ ਜਿਹੜੇ ਇਹਨਾਂ ਉੱਪਰ ਅਪਲਾਈ ਨਹੀਂ ਕੀਤੇ ਜਾਣਗੇ। ਸਭ ਤੋਂ ਪਹਿਲਾਂ ਸਾਨੂੰ ਫਾਰਮੂਲਾ ਦੇ ਰੱਖਿਆ ਪਾਵਰ ਰੂਲ। ਪਾਵਰ ਰੂਲ ਦੇ ਵਿੱਚ ਕਹਿੰਦੇ ਵੀ ਤੁਹਾਨੂੰ ਕੋਈ ਫੰਕਸ਼ਨ ਦੇ ਰੱਖਿਆ x, ਉਹਦੀ ਕੋਈ ਵੀ ਪਾਵਰ ਹੋ ਸਕਦੀ ਹੈ, ਉਹ ਪਾਵਰ ਦਾ ਉਹਦਾ ਇੰਟੀਗ੍ਰੇਸ਼ਨ ਕਰਾਂਗੇ ਤਾਂ ਸਾਡੇ ਕੋਲ ਜਿਹੜਾ ਆਨਸਰ ਕੀ ਆਊਗਾ, ਉਹ ਆਊਗਾ ਪਾਵਰ ਦੇ ਵਿੱਚ ਇੱਕ ਜੋੜ ਦਾਂਗੇ ਤੇ ਨੀਚੇ ਡਿਨੋਮੀਨੇਟਰ ਦੇ ਵਿੱਚ ਵੀ ਅਸੀਂ ਉਹੀ ਪਾਵਰ ਜੋੜ ਕੇ ਲਿਖ ਦਾਂਗੇ, ਤੇ ਨਾਲ ਪਲੱਸ c ਜਿਹੜਾ ਲਾਉਣਾ ਅਸੀਂ ਹਰਗਿਜ਼ ਨਹੀਂ ਭੁੱਲਣਾ। ਕਈ ਵਾਰ ਪੇਪਰ ਦੇ ਵਿੱਚ ਕੁਐਸਚਨ ਆ ਜਾਂਦਾ ਇੰਡੈਫੀਨਿਟ ਇੰਟੈਗਰਲ ਦਾ, ਤਾਂ ਉੱਥੇ ਰਾਜੇ ਕਈ ਵਾਰ ਅਸੀਂ ਪਲੱਸ c ਜਿਹੜੀ ਆ ਆਪਸ਼ਨ ਟਿਕ ਕਰਨਾ ਭੁੱਲ ਜਾਂਦੇ ਹਾਂ। ਮੰਨ ਲਓ ਤੁਹਾਨੂੰ ਆਪਸ਼ਨਸ ਦੇ ਰੱਖੀਆਂ ਨੇ, ਪਹਿਲੀ ਆਪਸ਼ਨ ਦੇ ਰੱਖੀ ਹੈ x, ਦੂਜੀ ਆਪਸ਼ਨ ਦੇ ਰੱਖੀ ਹੈ x ਪਲੱਸ c, ਤੀਜੀ ਆਪਸ਼ਨ ਜਿਹੜੀ ਤੁਹਾਨੂੰ ਦੇ ਰੱਖੀ ਹੈ ਉਹ ਦੇ ਰੱਖੀ ਹੈ ਮੰਨ ਲਓ x ਪਲੱਸ 2 d ਦੇ ਰੱਖਿਆ ਨਨ ਆਫ ਦੀ। ਤੁਹਾਡਾ ਆਨਸਰ ਕੀ ਆਇਆ, ਮੰਨ ਲਓ x ਪਲੱਸ c ਹੋਣਾ ਚਾਹੀਦਾ ਸੀ, ਪਰ ਅਸੀਂ ਕਾਲ ਕਰ ਗਏ ਅਸੀਂ a ਤੇ ਟਿਕ ਕਰੇ। ਕਹਿੰਦਾ ਮਤਲਬ ਗਲਤੀ ਹੋਣ ਦੇ ਚਾਂਸਿਸ ਨੇ ਵੀ ਅਸੀਂ c ਨੂੰ ਭੁੱਲ ਜਾਈਏ, ਤਾਂ ਇੰਡੈਫੀਨਿਟ ਇੰਟੈਗਰਲ ਦੇ ਵਿੱਚ ਪਲੱਸ c ਜਿਹੜਾ ਧਿਆਨ ਰੱਖਣਾ ਹੈ। ਇਹ ਸਾਰੇ ਫਾਰਮੂਲੇ ਤੁਸੀਂ ਆਲਰੇਡੀ ਡਿਸਕਸ ਕੀਤੇ ਨੇ। 1/x ਦਾ ਅਗਰ ਇੰਟੀਗ੍ਰੇਸ਼ਨ ਕਰੀਏ ਤਾਂ ਸਾਡੇ ਕੋਲ log x ਹੁੰਦਾ। a ਦੀ x, ਇਹ ਆਪਣੇ ਕੋਲ ਕੀ ਹੈ, ਕੋਈ ਵੀ ਕਾਂਸਟੈਂਟ ਵੈਲਿਊ ਹੈ, ਲੇਕਿਨ ਸ਼ਰਤ ਹੈ a ਨਾ ਤਾਂ 1 ਹੋਣਾ ਚਾਹੀਦਾ ਤੇ a ਜਿਹੜਾ ਉਹ ਆਪਣੇ ਕੋਲ ਹਮੇਸ਼ਾ ਪੋਜ਼ਿਟਿਵ ਹੋਣਾ ਚਾਹੀਦਾ, 0 ਤੋਂ ਗ੍ਰੇਟਰ ਹੋਣਾ ਚਾਹੀਦਾ। ਕਹਿੰਦਾ ਮਤਲਬ a ਕੀ ਆਪਣੇ ਕੋਲ ਨੈਚੁਰਲ ਨੰਬਰ ਹੈ। ਦੇਖੋ ਕਿਉਂ ਨੈਚੁਰਲ ਨੰਬਰ ਲੈਣ ਦੀ ਜ਼ਰੂਰਤ ਪਈ, ਕਹਿੰਦਾ a ਦੀ ਪਾਵਰ x ਦਾ ਇੰਟੀਗ੍ਰੇਸ਼ਨ ਜਦੋਂ ਅਸੀਂ ਕੀਤਾ ਤਾਂ ਉਹ ਬਰਾਬਰ ਆਊਗਾ a ਦੀ ਪਾਵਰ x ਡਿਵਾਈਡਡ ਬਾਈ log a, ਠੀਕ ਹੈ ਜੀ। ਤੇ ਹੁਣ ਦੇਖੋ ਅਗਰ a ਦੀ ਵੈਲਿਊ ਰਜੇ ਅਸੀਂ 0 ਪੁੱਟ ਕਰ ਦਈਏ, a ਦੀ ਵੈਲਿਊ ਜੇ ਅਸੀਂ 0 ਪੁੱਟ ਕਰ ਦਈਏ, ਜੇ 1 ਪੁੱਟ ਕਰ ਦਈਏ, ਪਹਿਲਾਂ 1 ਦੀ ਗੱਲ ਕਰਦੇ ਹਾਂ, a ਦੀ ਵੈਲਿਊ ਅਸੀਂ 1 ਪੁੱਟ ਕਰ ਦਈਏ ਤਾਂ ਉਹ ਕੀ ਆ ਜਾਊਗਾ ਆਪਣੇ ਕੋਲ, ਇਨਡਿਟਰਮੀਨੈਂਟ ਆ ਜਾਊਗਾ, ਕਿਉਂਕਿ log 1 ਕੀ ਹੁੰਦਾ ਆਪਣੇ ਕੋਲ, ਇਨਡਿਟਰਮੀਨੈਂਟ ਹੁੰਦਾ। ਤੇ ਜੇ ਅਸੀਂ ਨੈਗੇਟਿਵ ਵੈਲਿਊ ਲੈ ਲਈਏ, ਨੈਗੇਟਿਵ ਵੈਲਿਊ ਲਵਾਂਗੇ ਤਾਂ ਸਾਡੇ ਕੋਲ ਉਹ ਕੀ ਬਣ ਜੂ, ਇਮੈਜਨਰੀ ਵੈਲਿਊ, ਕਿਉਂਕਿ log -1 ਜਿਹੜਾ ਆਪਣੇ ਕੋਲ ਇਮੈਜਨਰੀ ਵੈਲਿਊ ਹੁੰਦੀ ਹੈ। ਇਸੇ ਕਰਕੇ ਕੰਡੀਸ਼ਨਸ ਲਗਾਈਆਂ ਗਈਆਂ ਨੇ ਦੋਨੇ ਵੀ a ਜਿਹੜਾ ਆਪਣੇ ਕੋਲ ਨਾ ਹੀ ਤਾਂ 1 ਹੋਣਾ ਚਾਹੀਦਾ, ਨਾ ਹੀ ਆਪਣੇ ਕੋਲ ਕੀ ਹੋਣਾ ਚਾਹੀਦਾ, ਨੈਗੇਟਿਵ ਹੋਣਾ ਚਾਹੀਦਾ। ਇਸ ਚੀਜ਼ ਦਾ ਧਿਆਨ ਰੱਖਣਾ ਜਦੋਂ ਅਸੀਂ ਫਾਰਮੂਲੇ ਅਪਲਾਈ ਕਰਾਂਗੇ। ਸਪੋਜ਼ ਤੁਹਾਨੂੰ ਕੁਐਸਚਨ ਆ ਗਿਆ 2 ਦੀ ਪਾਵਰ x ਇੰਟੂ dx, ਤਾਂ ਅਸੀਂ ਉਹਨੂੰ ਕੀ ਲਿਖਾਂਗੇ, 2 ਦੀ ਪਾਵਰ x ਐਜ਼ ਇਟ ਇਜ਼, ਨੀਚੇ ਕੀ ਆ ਜੂ log 2 ਆ ਜਾਊਗਾ, ਠੀਕ ਹੈ। ਹੁਣ ਇਹ ਇੱਥੇ ਆਪਣਾ ਕੀ ਹੈ 2 ਹੈ, ਤਾਂ log 2 ਜਿਹੜਾ ਹੈਗਾ ਆਪਣਾ ਕਰੈਕਟ ਹੈ। ਇਸੇ ਤਰ੍ਹਾਂ ਤੁਸੀਂ ਜਿਹੜਾ ਫਾਰਮੂਲੇ ਨੂੰ ਅਪਲਾਈ ਕਰਨਾ ਹੈ। ਸਟੈਂਡਰਡ ਫਾਰਮੂਲੇ ਨੇ ਰਜੇ ਆਲਰੇਡੀ ਤੁਸੀਂ ਸਾਰੇ ਪੜ੍ਹੇ ਹੋਏ ਨੇ, ਸਾਈਨ ਕਾਸ ਸੀਕੈਂਟ ਸਕੇਅਰ x ਕੋਸੀਕੈਂਟ ਸਕੇਅਰ x ਸੀਕੈਂਟ x ਟੈਨ x, ਸਾਰੇ ਫਾਰਮੂਲੇ ਜਿਹੜੇ ਤੁਸੀਂ ਪੜ੍ਹੇ ਹੋਏ ਨੇ। ਲੇਕਿਨ ਜਿਹੜੀਆਂ ਚੀਜ਼ਾਂ ਗੱਲਾਂ ਨੇ ਇਹਨਾਂ ਦਾ ਜਿਹੜਾ ਧਿਆਨ ਰੱਖਣਾ ਵੀ ਸਾਨੂੰ ਕੀ ਕੰਡੀਸ਼ਨ ਜਿਹੜੀ ਹੈ ਅਪਲਾਈਡ ਹੈ ਨਾ, ਇਹ ਸਾਰੀ ਕੰਡੀਸ਼ਨਸ ਨੇ ਵੀ ਆਹ ਨਹੀਂ ਹੋਣਾ ਚਾਹੀਦਾ, ਇਹ ਸਾਰਾ ਤੁਸੀਂ ਆਲਰੇਡੀ ਸਾਰਾ ਪੜ੍ਹਿਆ ਹੋਇਆ। ਲਾਸਟ ਜਿਹੜੇ ਇਹ 3 ਫਾਰਮੂਲੇ ਨੇ ਇਹਨਾਂ ਨੂੰ ਜਿਹੜਾ ਥੋੜ੍ਹਾ ਧਿਆਨ ਨਾਲ ਦੇਖ ਲੈਂਦੇ ਹਾਂ। ਕਹਿੰਦੇ ਇਹ ਆਪਣੇ ਕੋਲ ਰਜੇ ਇੱਕ ਗੱਲ ਦਾ ਧਿਆਨ ਰੱਖਿਓ ਕੀ ਨੇ, ਆਪਣੇ ਕੋਲ ਸਟੈਂਡਰਡ ਫਾਰਮੂਲੇ ਨੇ, ਤਾਂ ਇਸੇ ਫਾਰਮ ਦੇ ਵਿੱਚ ਫੰਕਸ਼ਨ ਹੋਊਗਾ ਤਾਂ ਹੀ ਅਪਲਾਈ ਹੋਣਗੇ, ਨਹੀਂ ਤਾਂ ਅਪਲਾਈ ਨਹੀਂ ਕਰਨੇ ਅਸੀਂ।
अगर साडे कोल ये फॉर्म दे रखी है फंक्शन की 1/√1 माइनस एक्स स्केयर, ਇਹਦਾ ਅਸੀਂ इंटीग्रेशन करना है तो बराबर होगा साइन इनवर्स एक्स प्लस सी दे। जे इत्थे साडे कोल -1/√1 माइनस एक्स स्केयर इंटू डी एक्स हुंदा तो वह आंसर आ जाना सी राजे कॉस इनवर्स एक्स प्लस सी। ठीक है, आही जी माइनस है मैं की इधर लगा दी तो अपने कोल एक फंक्शन के दो आंसर आते हैं, नाल प्लस सी जो जरूर तुसी लगाना है। उस तो बाद साडे कोल जिहड़ा फॉर्मूला सैकेंड लास्ट कहते 1/1 प्लस एक्स स्केयर अगर फॉर्म दी हो तो वह बराबर होगी टैन इनवर्स एक्स प्लस सी दे ते नाल वो बराबर होगी माइनस कॉट इनवर्स एक्स दे। उही गल अगर 1 इत्थे पॉजिटिव है तो टैन इनवर्स एक्स प्लस सी, अगर इत्थे मैं माइनस लगा देवां तो अपने कोल ये फॉर्मूला किहदा बन जू कॉट इनवर्स एक्स प्लस सी का। लास्ट जो फॉर्मूला रहे वो सानू इस तरह की फॉर्म दी होगी कि 1/x ते नाल मल्टीप्लाई होगा एक्स स्केयर माइनस 1 का स्केयर रूट, तो यदा जो आंसर आऊगा रजे वो आऊगा सेकंड इनवर्स एक्स प्लस सी। जे इत्थे माइनस लगा देवां तो अपने कोल कितना आ जाऊगा कोसेकेंट इनवर्स एक्स प्लस सी। ठीक है जी, आही माइनस जी मैं इधर लिख दी। तो इस चीज़ कन्फ्यूज़ नहीं होना, सारे स्टैंडर्ड फॉर्मूले ने इन्हों जो तुसी याद कर लेना है, ये सारे यूज़ होंगे ने। उस तो बाद कुछ बेसिक थ्योरम्स ने, बड़िया सिंपल गल्लां ने फिर भी ध्यान च रखनिया ने। कहते साडे कोल कोई फंक्शन का इंटीग्रेशन गिवन है तो जे वह असी डेरीवेटिव कर दईए तो कि यदी वैल्यू जी आ जाऊगी फंक्शन के बराबर ही आ जाऊगी। कहने का मतलब अगर dy/dx ऑफ इंटीग्रेशन ऑफ एक्स स्केयर किया जाए, dy/dx ऑफ इंटीग्रेशन ऑफ एक्स स्केयर किया जाए तो अपने को आंसर कितना आ जाऊगा एक्स स्केयर आ जाऊ। डेरीवेटिव के नाल इंटीग्रेशन की हो जाऊगा कैंसल आउट हो जाऊगा। यही गल जी है फस्ट थ्योरम के सानू कही गई है। सैकेंड थ्योरम कहते भी जे तुहाडे कोल कोई भी कॉन्सटेंट है तो वो मल्टीप्लाई किया गया फंक्शन के नाल तो वो इंटीग्रेशन तो की आ जाऊ बाहर आ जाऊगा कि अपने कोल की है कोई भी कॉन्सटेंट है। आही इंग्लिश के लाइन लिखी हुई है कि प्रोडक्ट ऑफ ए कॉन्सटेंट एंड ए फंक्शन इक्वल टू द प्रोडक्ट ऑफ द कॉन्सटेंट एंड द इंटैग्रल ऑफ द फंक्शन। थर्ड जी स्टेटमेंट है कहते रजे साडे कोल जे दो फंक्शन प्लस या माइनस के ने, हुण देखो इत्थे एक इंपॉर्टेंट गल याद रखनी है, असी सिर्फ ऐड तो सबट्रैक्शन की गल कर रहे हैं, मल्टीप्लीकेशन तो डिवीजन की गल नहीं कर रहे। कहने का मतलब ये जो थर्ड थ्योरम है उत्थे वैलिड है जिथे साडे कोल दो फंक्शन ऐड या फिर सबट्रैक्ट होए ने, है ना। उस केस दे विच असीं की करांगे दोनों की इंटीग्रेशन अलग अलग करके की कर सकते हैं सॉल्व कर सकते हैं। एग्जाम्पल दे विच मैं जिहड़े यही इहदे नाल रिलेटेड थर्ड थ्योरम के नाल रिलेटेड एग्जाम्पल पाई है कि कीता एग्जाम्पल दे विच कहंदे सानू इवैल्यूएट करने लई कहा गया 3x² माइनस कॉस एक्स प्लस एक्स दी पावर 3/2 नूं किस तरह सॉल्व करांगे इनू। सब तो पहला असीं करांगे जिहड़ी थ्योरम थर्ड लगावांगे। थ्योरम थर्ड दे विच सानू पता है कि असीं इनू की कर सकते हैं अलग अलग करके लिख सकते हैं। उस तरह मैं सारा अलग अलग करके जिहड़ा लिख दिता। हुण जिहड़ी सैकेंड थ्योरम सीगी वो कहंदी भी जिहड़ा कॉन्सटेंट है तुसीं उसनूं बाहर कढ सकदे हो, तो मैं बड़े आसानी दे नाल कॉन्सटेंट जिहड़ा वो इंटीग्रेशन तो बाहर जिहड़ा लिख दिता। बाकियां दे विच साडे कोल कॉन्सटेंट वैल्यू है नहीं सी तो मैं की कीता उहदे विच नहीं लिखी। हुण अगर असीं इहदा सोल्यूशन करांगे तो साडे कोल आ जाऊ 3x दी पावर 3/3 3 नाल 3 कैंसल आउट माइनस कॉस एक्स का इंटीग्रेशन की हुंदा रजे वो हुंदा साडे कोल साइन एक्स। गलती दे नाल माइनस साइन एक्स ना लिख दिओ, ठीक है जी। कॉस एक्स का इंटीग्रेशन की हुंदा अपने कोल प्लस साइन एक्स प्लस सी, तो जिस गल करिए साइन एक्स के इंटीग्रेशन की वो बराबर हुंदा अपने कोल माइनस कॉस एक्स प्लस सी। तो इस चीज़ों का ध्यान रखना, पिछे जिहड़े स्टैंडर्ड फॉर्मूले दिते सी उन्होंने दोबारा रिवाइज कर लियो। हुण इस तो बाद अजे अपने कोल कितना आ जाऊगा एक्स की पावर 3/2 + 1 कहने का मतलब 5/2 तो उही पावर अपने कोल कितनी आऊगी नीचे तो नाल प्लस सी जिहड़ा जरूर लगाना। तो ये अपने कोल की आ गया आंसर आ गया। तो बहुत ही बेसिक जिहियां गल्लां हैगियां गईयां, पर फिर भी अगर पेपर दे विच सपोज आही क्वेश्चन आ गया सपोज तो रजे असी की है कई बार गलती कर जाते हैं, तो ध्यान रखना है भी बहुत आसान जिहड़ा क्वेश्चन है ਉਹਦੇ ਵਿੱਚ गलती होने के चांस ज़्यादा होंगे ने। इसलिए जिहड़ा तुसीं इन्हां छोटी छोटी गल्लां नूं जिहड़ा पहलां सुन लो ध्यान नाल, है ना। तो फिर उस तो बाद जिहड़ा असीं थोड़ा हौली हौली कंपलैक्स जिहड़ा साडे टॉपिक वल वधदे जावांगे। हुण थोड़ा जिहा साडे कोल जिहड़ा इंपॉर्टेंट कंसैप्ट आने शुरू हो गए। ये कंसैप्ट जिहड़े रजे रूल्स के उपर बेस्ड ने। इंटीग्रेशन जिहड़ा है ना अपना चैप्टर जिहड़ा खास करके इंडैफिनिट इंटैग्रल, इहदे विच सब तो इंपॉर्टेंट जिहड़ा हुंदा है वो हुंदा तुहाडा स्टैप 1 भी तुसी स्टैप 1 की सॉल्व करने लई चूज़ करोगे।
ਵੀ ਤੁਸੀਂ ਪਹਿਲਾ ਕਦਮ ਕੀ ਚੱਲੋਗੇ। ਪਹਿਲਾ ਕਦਮ ਹੀ ਸਭ ਤੋਂ ਇੰਪੋਰਟੈਂਟ ਹੁੰਦਾ, ਉਹ ਪਤਾ ਲੱਗਦਾ ਆਪਾਂ ਨੂੰ ਕੁਐਸਚਨ ਦੀ ਸ਼ਕਲ ਨੂੰ ਦੇਖ ਕੇ, ਫੰਕਸ਼ਨ ਨੂੰ ਦੇਖ ਕੇ। ਹੁਣ ਸਾਡਾ ਆਹ ਫੰਕਸ਼ਨ ਹੈ, ਇਹਦਾ ਇੰਟੀਗ੍ਰੇਸ਼ਨ ਕਰਨਾ ਹੈ, ਤਾਂ ਅਸੀਂ ਜਿਹੜਾ ਕਹਾਂਗੇ ਵੀ ਇਹ ਤਾਂ ਬਹੁਤ ਅਲੱਗ ਹੈ ਸਟੈਂਡਰਡ ਫਾਰਮੂਲਿਆਂ ਤੋਂ, ਹੈ ਨਾ। ਤਾਂ ਇਹਨੂੰ ਇੰਟੀਗ੍ਰੇਸ਼ਨ ਕਰਨ ਦੇ ਵਾਸਤੇ ਸਾਨੂੰ ਜਿਹੜਾ ਪਾਰਟੀਕੂਲਰ ਜਿਹੜੇ ਰੂਲਸ ਨੇ ਉਹਨਾਂ ਬਾਰੇ ਪਤਾ ਹੋਣਾ ਚਾਹੀਦਾ ਹੈ। ਤਾਂ ਇਸ ਲਈ ਰਾਜੇ ਇੰਟੀਗ੍ਰੇਸ਼ਨ ਚੈਪਟਰ ਜਿਹੜਾ ਥੋੜ੍ਹਾ ਜਿਹਾ ਡਿਫਰੈਂਟ ਤਾਂ ਹੋ ਜਾਂਦਾ, ਕਿਉਂਕਿ ਇਹਦੇ ਵਿੱਚ ਸਾਨੂੰ ਜਿਹੜਾ ਫੰਕਸ਼ਨ ਦੇਖ ਕੇ ਚੱਲਣਾ ਪੈਂਦਾ ਹੈ, ਵੀ ਫੰਕਸ਼ਨ ਕੀ ਹੈ ਉਹਦੇ ਅਕੋਰਡਿੰਗ ਸਾਨੂੰ ਅੱਗੇ ਜਿਹੜੇ ਸਟੈਪਸ ਲੈਣੇ ਪੈਂਦੇ ਨੇ। ਹੁਣ ਅਗਰ ਗੱਲ ਕਰੀਏ ਰੂਲ 1 ਦੀ, ਰੂਲ 1 ਕਹਿੰਦਾ ਜੇ ਤੁਹਾਡੇ ਡਿਨੋਮੀਨੇਟਰ ਦੇ ਵਿੱਚ ਸਿੰਗਲ ਟਰਮ ਹੋਵੇ, ਇੱਕ ਟਰਮ ਹੋਵੇ ਡਿਨੋਮੀਨੇਟਰ ਦੇ ਵਿੱਚ, ਅਤੇ ਨਿਊਮੀਨੇਟਰ ਦੇ ਵਿੱਚ ਜਿਹੜਾ ਤੁਹਾਡੇ ਕੋਲ ਇੱਕ ਤੋਂ ਜ਼ਿਆਦਾ ਟਰਮ ਹੋਣ, ਤਾਂ ਤੁਸੀਂ ਕੀ ਕਰਨਾ ਹੈ, ਹਰੇਕ ਟਰਮ ਨੂੰ ਨਿਊਮੀਨੇਟਰ ਦੀ ਨੂੰ ਡਿਵਾਈਡ ਕਰ ਦੇਣਾ ਹੈ, ਕਿਹਦੇ ਨਾਲ, ਡਿਨੋਮੀਨੇਟਰ ਦੇ ਨਾਲ, ਹੈ ਨਾ। ਉਹ ਤਾਂ ਇੱਥੇ ਲਿਖਿਆ ਵੈਨ ਡਿਨੋਮੀਨੇਟਰ ਕੰਟੇਨ ਵਨ ਟਰਮ ਓਨਲੀ ਐਂਡ ਨਿਊਮੀਨੇਟਰ ਕੰਟੇਨ ਮੋਰ ਦੈਨ ਵਨ ਟਰਮ ਦੈਨ ਡਿਵਾਈਡ ਐਵਰੀ ਟਰਮ ਇਨ ਦ ਨਿਊਮੀਨੇਟਰ ਆਫ ਦ ਇੰਟੀਗ੍ਰੈਂਟ ਬਾय द टर्म इन द डिनोमीनेटर। अपने को की है इंटाग्रेंट है, जिसमें असी फंक्शन बोल रहे हैं, अपने को इंटाग्रेंट है, तो असी की करांगे इत्थे हर एक जिहड़ी वैल्यू है न्यूमीनेटर की उन्होंने डिवाइड कर देंगे डिनोमीनेटर के नाल। किस तरह सॉल्व करांगे, तो असी करांगे एक्स स्क्वेयर अपॉन 2x³ प्लस 4x अपॉन 2x³ प्लस 27 अपॉन 2x³ तो इन्होंने सारा का की आ जाऊगा dx। ਹੁਣ ਆਪਾਂ ਨੂੰ ਪਤਾ ਹੈ ਕਿ ਅਸੀਂ ਇਹਨੂੰ ਅਲੱਗ-ਅਲੱਗ ਕਰਕੇ ਵੀ ਜਿਹੜਾ ਲਿਖ ਸਕਦੇ ਹਾਂ। ਇੱਥੇ ਉੱਪਰ ਐਕਸ ਸਕੁਏਅਰ ਆ ਜੀ, ਨੀਚੇ ਕੀ ਆ ਜੂ 2x³ dx ਪਲਸ 4/2 ਬਾਹਰ ਆ ਗਿਆ। ਇੱਥੇ ਵੀ ਜਿਹੜਾ 2 ਅਸੀਂ ਬਾਹਰ ਕੱਢ ਸਕਦੇ ਹਾਂ, ਕਿਉਂਕਿ ਆਪਣੇ ਕੋਲ ਕੀ ਆ ਗਿਆ, ਕੌਨਸਟੈਂਟ ਆ ਗਿਆ। ਅੰਦਰ ਕੀ ਬਚਾ ਆਪਣੇ ਕੋਲ x अपॉन x³ dx प्लस 27 1 x³ dx है ना जी। यही अपने को बच गया, थोड़ा स्क्रीन तो बाहर जा वड़िया, दोबारा लिख दें। तो जे इस तरह जो क्वेश्चन तुम सॉल्व करोगे, हुण कि अपने को स्केयर तो क्यूब आ कैंसल हो जाएंगे सारिया टर्म, तो सिंपली तुम जो इंटीग्रेशन फाइंड आउट कर सकते हो। इत्थे एक बहुत जरूरी गल है जी याद रखने वाली, वो रूल 2 दे विच अपने को पढ़ांगे। एक बार जो आप सैकेंड एग्जाम्पल देख लैंने जी अपने को दे रखी है, ये भी की है। हुण अपने को देखो न्यूमीनेटर दे विच एक तो ज़्यादा टर्म ने, तो डिनोमीनेटर दे विच साडे कोल सिंगल टर्म है, तो असीं इहनूं भी की करांगे रजे अड अड करके लिख लांगे x अपॉन x² dx प्लस 1 अपॉन x² dx है ना जी। आ कट के साडे कोल की बचा 1 अपॉन x dx, इत्थे अपने कोल की बचा रजे 1 अपॉन x² dx। 1 अपॉन x साडे कोल की हुंदा है, वो बराबर हुंदा रजे अपने कोल लॉग मॉड ऑफ x दे, प्लस आ जिहड़ा अपने को 1 अपॉन x² है, इनू असीं की कर सकते हैं उपर ले जाएंगे तो बन जू x⁻² dx है ना। इनू उपर रह गए पावर नूं, तो x⁻² बन जूगा। जो पावर -2 बन गया, हुण असीं की करांगे इंटीग्रेशन सॉल्व करने लई एक बार तो 1 ऐड करांगे है ना, तो उही जिहड़ी ऐड करके पावर है उहनूं की कर देंगे नीचे लिख देंगे। तो इस तरह साडे कोल आंसर आ जाऊगा लॉग मॉड ऑफ x प्लस x⁻1 अपॉन -1 प्लस c। सिंपलीफाई करी चलो, लिखी चलो। तो कहने का मतलब की है रजे कि साडे कोल ये रूल जिहड़े ने पता होने जरूरी ने, भी क्वेश्चन नूं सॉल्व किवें करना है, वो साडे कोल आऊगा फंक्शन नूं देख के, इंटाग्रेंट नूं देख के, है ना। तो हुण जिहड़ी गल मैं कर रहा सी इंपॉर्टेंट रूल दी, जिहड़ा कि बहुत फस्ट रूल तो पहला पढ़ाउणा चाहिए वैसे तो, पर फिर भी जिहड़ा तुसीं उसनूं दोबारा देख लो। फस्ट रूल नूं असीं दोबारा देखांगे रूल 2 पढ़न तो बाद। देखो जी, हुण मान लो रजे तुहाडे कोल इस तरह का प्रश्न दे रखा सीगा उपर, अगर तुसीं ध्यान नाल देखो तो साडे कोल जिहड़े क्वेश्चन दे रखे सी दोने, उन्हां दे इंटाग्रेंट जिहड़े ने फंक्शन जिहड़े ने, उन्हां दे विच जिहड़ी न्यूमीनेटर दे विच हाईएस्ट पावर ऑफ x है, न्यूमीनेटर दे विच हाईएस्ट पावर ऑफ जिहड़ी x है रजे, वो की है घट है किहदे नालों, हाईएस्ट पावर ऑफ x इन डिनोमीनेटर। दोने क्वेश्चन देखो तुसीं, दोनों क्वेश्चनों के साडे कोल जो न्यूमीनेटर के एक्स की पावर है वो घट है किहदे नालों, डिनोमीनेटर के जो एक्स की हाईएस्ट पावर है उहदे नालों, ताई जिहड़ी है असीं इंटीग्रेशन कर सकते हैं। यही रूल नंबर 2 कहता है। रूल नंबर 2 कहता है इफ डिग्री ऑफ न्यूमीनेटर ऑफ इंटाग्रेंट इज़ ग्रेटर दैन और इक्वल टू द डिग्री ऑफ डिनोमीनेटर दैन डिवाइड न्यूमीनेटर बाय डिनोमीनेटर अंटिल डिग्री ऑफ रिमाइंडर इज़ लैस दैन द डिग्री ऑफ डिनोमीनेटर एंड यूज़ द रूल। कहने का मतलब रजे असी इंटीग्रेशन उदों ही कर पावांगे जदों साडे कोल न्यूमीनेटर की डिग्री डिनोमीनेटर के नालों घट होगी। डिग्री ऑफ
ਨਿਊਮੀਨੇਟਰ ਇਜ਼ ਆਲਵੇਜ਼ ਲੈਸ ਦੈਨ ਹੋਣੀ ਚਾਹੀਦੀ ਹੈ ਡਿਗਰੀ ਆਫ ਡਿਨੋਮੀਨੇਟਰ ਦੇ ਨਾਲੋਂ। ਅਗਰ ਇੱਦਾਂ ਨਹੀਂ ਹੈ ਅਗਰ, ਤਾਂ ਅਸੀਂ ਕੀ ਕਰਾਂਗੇ, ਅਸੀਂ ਉੱਥੇ ਯੂਜ਼ ਕਰਾਂਗੇ ਲੌਂਗ ਡਿਵੀਜ਼ਨ ਮੈਥਡ ਨੂੰ, ਤੇ ਅਸੀਂ ਉਹਨੂੰ ਕੀ ਕਰਾਂਗੇ, ਡਿਵਾਈਡ ਕਰਾਂਗੇ। ਐਗਜ਼ਾਮਪਲ ਦੇ ਨਾਲ ਸਮਝਦੇ ਹਾਂ। ਆ ਜਿਹੜਾ ਸਾਰਾ ਫਾਰਮੂਲਾ ਲਿਖਾ ਹੋਇਆ ਇਹ ਆਪਾਂ ਥੋੜ੍ਹਾ ਜਿਹਾ ਦੇਖਦੇ ਹਾਂ ਧਿਆਨ ਬਾਅਦ ਦੇ ਵਿੱਚ, ਪਹਿਲਾਂ ਐਗਜ਼ਾਮਪਲ ਤੋਂ ਸਮਝਦੇ ਹਾਂ। ਹੁਣ ਆਪਣੇ ਕੋਲ ਰਾਜੇ ਕੀ ਆ ਗਿਆ, x² + 1 ਡਿਵਾਈਡਡ ਬਾਈ x² - 1। ਤਾਂ ਆਪਣਾ ਇੱਥੇ ਜਿਹੜੀ ਆਹ ਰੂਲ ਹੈ ਫੇਲ ਹੋ ਗਿਆ ਵੀ ਡਿਗਰੀ ਆਫ ਨਿਊਮੀਨੇਟਰ ਜਿਹੜੀ ਆ ਉਹ ਡਿਨੋਮੀਨੇਟਰ ਦੀ ਡਿਗਰੀ ਦੇ ਨਾਲੋਂ ਘੱਟ ਨਹੀਂ ਹੈਗੀ, ਉਹ ਤਾਂ ਉਹਦੇ ਬਰਾਬਰ ਆ ਗਈ। ਠੀਕ ਹੈ, ਚਾਹੇ ਬਰਾਬਰ ਆ ਜੇ ਚਾਹੇ ਵੱਧ ਆ ਜੇ, ਦੋਨੇ ਹੀ ਕੇਸ ਜਿਹੜੇ ਨੇ ਬਾਹਰ ਹੋ ਗਏ ਇਸ ਕੇਸ ਤੋਂ। ਠੀਕ ਹੈ ਜੀ, ਤਾਂ ਇਸ ਕੇਸ ਦੇ ਵਿੱਚ ਆਪਣੇ ਕੋਲ ਨਿਊਮੀਨੇਟਰ ਦੀ ਡਿਗਰੀ ਤੇ ਡਿਨੋਮੀਨੇਟਰ ਦੀ ਡਿਗਰੀ x ਦੀ ਕੀ ਆ ਗਈ, ਬਰਾਬਰ ਆ ਗਈ। ਤਾਂ ਇੱਥੇ ਅਸੀਂ ਡਾਇਰੈਕਟ ਜਿਹੜਾ ਇੰਟੀਗ੍ਰੇਸ਼ਨ ਨਹੀਂ ਸੋਲਵ ਕਰ ਸਕਦੇ ਰੂਲ 1 ਲਗਾ ਕੇ, ਸਾਨੂੰ ਇੱਥੇ ਕੁਝ ਹੋਰ ਕਰਨਾ ਪੈਣਾ। ਕੀ ਕਰਨਾ ਪੈਣਾ, ਸਾਨੂੰ ਇੱਥੇ ਡਿਵਾਈਡ ਕਰਨਾ ਪੈਣਾ। ਅਸੀਂ ਡਿਵਾਈਡ ਕਰਾਂਗੇ x² + 1 ਨੂੰ x² - 1 ਦੇ ਨਾਲ। ਸਭ ਤੋਂ ਪਹਿਲਾਂ ਸਾਡੇ ਕੋਲ ਕੀ ਆ ਜਾਊਗਾ, 1 ਕਰਾਂਗੇ ਤਾਂ ਮਲਟੀਪਲਾਈ ਆਪਣੇ ਕੋਲ ਲੌਂਗ ਡਿਵੀਜ਼ਨ ਮੈਥਡ ਹੀ ਲਗਾ ਰਹੇ ਹਾਂ, x² - 1 ਆ ਜਾਊਗਾ ਰਾਜੇ। ਤਾਂ ਸਾਈਨ ਚੇਂਜ ਕਰ ਦਾਂਗੇ ਤਾਂ ਆਪਣੇ ਕੋਲ ਕਿੰਨਾ ਆਨਸਰ ਆ ਜਾਊਗਾ, 2 ਆਨਸਰ ਆ ਜਾਊਗਾ। ਹੁਣ ਦੇਖੋ, ਹੁਣ ਅਸੀਂ ਕਿਵੇਂ ਲਿਖਣਾ ਹੈ, ਅਸੀਂ x² + 1 ਅਪੋਨ x² - 1 ਨੂੰ ਕਿਵੇਂ ਲਿਖ ਸਕਦੇ ਹਾਂ। ਅਸੀਂ ਇਹਨੂੰ ਲਿਖ ਸਕਦੇ ਹਾਂ ਕੋਸ਼ੈਂਟ, ਜੋ ਕਿ ਸਾਡਾ ਕਿੰਨਾ ਹੈ 1 ਪਲੱਸ ਰਿਮਾਈਂਡਰ ਜਿੰਨਾ ਜੋ ਦੇ ਰੱਖਿਆ 2 डिवाइडेड बाय डिनोमीनेटर लिख लो चाहे डिवाइज़र लिख लो, है ना। डिनोमीनेटर कितना अपने को x² - 1। तो असी इस दी जगह ते आ पूरा लिख सकते हैं। हुण तुसी चैक करो, हुण अपने को 1/1 कोई प्रॉब्लम ही है नहीं, इत्थे तां अपने को x ही है नहीं, वेरीएबल ही है नहीं, सानूं इत्थे कोई प्रॉब्लम नहीं। प्लस 2/x² - 1। तो हुण अगर चैक करांगे उपर न्यूमीनेटर दे विच तां उत्थे x की डिग्री कितनी है 0, नीचे अपने को x की डिग्री कितनी है 2। तो इस केस दे विच साडे कोल डिनोमीनेटर दे विच जिहड़ी डिग्री है वह न्यूमीनेटर दे नालों की है ज़्यादा है। तो अपना आ जिहड़ा कंसैप्ट है, आ केस है जिहड़ा वो इत्थे अप्लाई हो गया। हुण असीं की कर सकते हैं, इंटीग्रेशन कर सकते हैं। तो कहने का मतलब आ पूरे इंटीग्रेंट की जगह पर मैं आ पूरी वैल्यू लिख सकदा, क्योंकि मैं इहनूं डिवाइड करके सॉल्व कर लिया। तो अपने को कितना आ जाऊगा राजे, अपने को आ जाऊगा आ पूरे का पूरा इंटीग्रेशन बराबर आ जाऊगा 1 + 2/x² - 1 ਦੇ इक्वल आ जाऊगा। तो यदा पूरे का पूरा की करांगे आपां इंटीग्रेशन करांगे। हुण की कीता असीं अलग अलग करता, 1 dx + 2 बाहर आ गया 1/x² - 1 * dx। 1 का इंटीग्रेशन x आ गया 2। हुण तुसीं ये चीज़ देखो कि असीं आ वाला जिहड़ा है इंटीग्रेशन इनू किदां सॉल्व करांगे। इनू सॉल्व करने रजे असीं यूज़ करांगे पार्शल फ्रैक्शन का, जो कि असी हुणी पढ़ांगे पार्शल फ्रैक्शन बारे। पार्शल फ्रैक्शन के नाल असी जिहड़ा आ पूरे का पूरा इंटीग्रेशन सॉल्व कर देंगे, क्योंकि साडे जिहड़े सारे स्टैंडर्ड फॉर्मूले ने, तुसीं फॉर्मूले ध्यान नाल देखो दोबारा, तो उत्थे किते भी 1/x² - 1 का इंटीग्रेशन सॉल्व करके सानू आंसर नहीं दिता होया। तो ये असी अलग तो कंसैप्ट यूज़ करांगे जो कि साडे कोल पार्शल फ्रैक्शन, जो डिटेल दे विच असी आने वाली स्लाइड्स दे विच पढ़ांगे। अगे बढ़ते हैं तो साढ़े कोल कुछ टैक्नीक्स ने इंटीग्रेशन नूं सॉल्व करने लई, बड़ा इंपॉर्टेंट जिहड़ा टैक्नीक्स ने रजे साढ़े कोल। किहड़ी टैक्नीक्स ने, सब तो पहला साढ़े कोल हैगी है इंटीग्रेशन बाय सबस्टिट्यूशन। दूसरी जिहड़ी साढ़े कोल टैक्नीक है वो हैगी है इंटीग्रेशन बाय पार्ट्स। तीसरी जिहड़ी है साढ़े कोल पार्शल फ्रैक्शनस, जिहदी मैं गल कीती सी उहनी कि असीं पार्शल फ्रैक्शन दे नाल आ जिहड़ा क्वेश्चन है इसदा आ वाला हिस्सा जिहड़ा उहनूं सॉल्व करांगे, है ना। तो एक एक करके सारिया टैक्नीक्स पढ़ते हैं। उन्होंने टैक्नीक्स दे विच भी गांह सानू कुछ केस दिते हुए हैं, है ना। केस 1 जिहड़ा आ गया सब तो पहला, जो सबस्टिट्यूशन मैथड दे नाल असीं इंटीग्रेशन नूं सॉल्व करांगे। सबस्टिट्यूशन का मतलब हुंदा है भी एक पार्ट हटा के उसकी जगह पर कुछ होर नवा पार्ट लगा देना। सपोज की है तुहाडा मोटरसाइकिल का इंडीकेटर खराब हो गया, तो तुसीं की कीता, बाजार च गए मकैनिक कोल कि आ इंडीकेटर जिहड़ा खराब हो गया, काम नहीं कर रहा। तो वो की कहूगा तुसीं इंडीकेटर जाके खरीद लियाओ। तो तुसीं इंडीकेटर जिहड़ा ओहदी जगह ते सेम कंपनी का, अगर तुहाडा मान लो हीरो का मोटरसाइकिल है स्पलैंडर प्लस है, तो तुसीं कंपनी का हीरो स्पलैंडर प्लस का इंडीकेटर जिहड़ा मार्केट तो शॉप तो लैके आंदा, तो उही दी जगह ते नवा इंडीकेटर लगाता। तो वो की कीता, तुसीं सबस्टिट्यूट कर दिता ना। तो एक चीज़ नूं हटा के दूसरी चीज़ नूं ओहदी जगह ते लगा देना। तो इत्थे अपने कोल सबस्टिट्यूशन किसदी हुंदी है, इत्थे अपने कोल सबस्टिट्यूशन हुंदी है वेरीएबल्स दी। कहना मतलब एक वेरीएबल की जगह दूजा वेरीएबल असीं सबस्टिट्यूट करांगे। सबस्टिट्यूशन का पहला केस जिहड़ा वो असीं देख लैंदे आ भी की गिवन है।
ਸਭ ਤੋਂ ਪਹਿਲਾਂ ਅਗਰ ਬੇਸਿਕ ਜਿਹੜੇ ਸਟੈਂਡਰਡ ਅਸੀਂ ਫਾਰਮੂਲੇ ਕੀਤੇ ਸੀ ਰਾਜੇ, ਅਸੀਂ ਕਿਹਾ ਸੀ ਵੀ ਇਹ ਸਟੈਂਡਰਡ ਫਾਰਮੂਲੇ ਜਿਹੜੇ ਨੇ ਉਹ ਧਿਆਨ ਨਾਲ ਪੜ੍ਹਨੇ ਨੇ, ਕਿਉਂਕਿ ਸਾਡੇ ਕੋਲ ਜਿਹੜਾ ਉਹਦੇ ਵਿੱਚ ਇੰਟਾਗ੍ਰੈਂਡ ਹੈ, ਜਿਹੜਾ ਫੰਕਸ਼ਨ ਹੈ ਇੰਟਾਗ੍ਰੈਂਡ ਫੰਕਸ਼ਨ ਜਾਂ ਫੰਕਸ਼ਨ ਕਹਿ ਲਈਏ, ਤਾਂ ਉਹ ਐਗਜ਼ੈਕਟ ਉਹੀ ਹੋਣਾ ਚਾਹੀਦਾ। ਸਟੈਂਡਰਡ ਮਤਲਬ ਵੀ ਉਹੀ ਹੋਊਗਾ ਤਾਂ ਹੀ ਉਹ ਫਾਰਮੂਲੇ ਅਪਲਾਈ ਹੋਣਗੇ। ਹੁਣ ਅਗਰ ਗੱਲ ਕਰੀਏ, ਉੱਥੇ ਅਸੀਂ ਇੱਕ ਫਾਰਮੂਲਾ ਪੜ੍ਹਿਆ ਸੀ ਏ ਦੀ ਐਕਸ ਇੰਟੂ ਡੀ ਐਕਸ, ਈ ਦੀ ਪਾਵਰ ਐਕਸ ਇੰਟੂ ਡੀ ਐਕਸ, ਅਸੀਂ ਇਹਦਾ ਫਾਰਮੂਲਾ ਇੰਟੀਗ੍ਰੇਸ਼ਨ ਕੀਤਾ ਸੀ, ਉਹ ਸੀਗਾ ਏ ਦੀ ਐਕਸ ਪਲੱਸ ਸੀ। ਤਾਂ ਇੱਥੇ ਜੇ ਦੇਖੀਏ ਤਾਂ ਸਾਡੇ ਕੋਲ ਈ ਦੀ ਪਾਵਰ ਕਿੰਨਾ ਆ ਗਿਆ, 2x ਆ ਗਿਆ, ਇੱਥੇ ਕਿੰਨਾ ਸੀ x। ਤਾਂ ਹੁਣ ਜੇ ਅਸੀਂ ਗੱਲ ਕਰੀਏ ਤਾਂ ਫਾਰਮੂਲਾ ਅਪਲਾਈ ਇੱਥੇ ਨਹੀਂ ਹੁੰਦਾ ਗਾ। ਪਰ ਇੱਥੇ ਇੱਕ ਗੱਲ ਹੋਰ ਜਿਹੜੀ ਇੰਪੋਰਟੈਂਟ ਨੋਟ ਕਰਨ ਵਾਲੀ ਹੈ ਕਿ ਰਾਜੇ ਜੇ ਸਾਡੇ ਕੋਲ x ਦੀ ਜਗ੍ਹਾ 'ਤੇ ਸਾਡੇ ਕੋਲ x ਦੀ ਜਗ੍ਹਾ 'ਤੇ ਸਾਡੇ ਕੋਲ ਕੋਈ ਵੀ ਲੀਨੀਅਰ ਫੰਕਸ਼ਨ ਆ ਜੇ। ਹੁਣ ਦੇਖੋ ਇਹ x ਸੀਗਾ, ਇਸ ਦੀ ਜਗ੍ਹਾ 'ਤੇ ਮੈਂ ਮੰਨ ਲਓ 2x ਲਿਖਤਾ ਹੈ ਨਾ, ਜਾਂ ਫਿਰ ਇਸ ਦੀ ਜਗ੍ਹਾ 'ਤੇ ਮੈਂ ਕੀ ਲਿਖ ਦਿੱਤਾ, x ਪਲੱਸ 2 ਲਿਖ ਦਿੱਤਾ, ਜਾਂ ਫਿਰ x ਦੀ ਜਗ੍ਹਾ 'ਤੇ ਮੈਂ ਕੀ ਲਿਖ ਦਿੱਤਾ, x ਪਲੱਸ 7 ਲਿਖ ਦਿੱਤਾ। ਕਹਿਣ ਦਾ ਮਤਲਬ ਕੋਈ ਵੀ ਲੀਨੀਅਰ ਫੰਕਸ਼ਨ ਆ ਜੇ ਤਾਂ ਉੱਥੇ ਵੀ ਸਟੈਂਡਰਡ ਫਾਰਮੂਲੇ ਅਪਲਾਈ ਹੋਣਗੇ। ਮੈਂ ਅਗਲੀ ਸਲਾਈਡ ਦੇ ਉੱਪਰ ਜਿਹੜਾ ਪ੍ਰੋਪਰ ਲੀਨੀਅਰ ਫੰਕਸ਼ਨ ਵਾਸਤੇ ਸੇਮ ਜਿਹੜਾ ਸਟੈਂਡਰਡ ਫਾਰਮੂਲੇ ਅਸੀਂ ਪੜ੍ਹੇ ਸੀ ਪਿੱਛੇ, ਈ ਦੀ ਐਕਸ, ਏ ਦੀ ਐਕਸ ਦਾ ਇੰਟੀਗ੍ਰੇਸ਼ਨ, ਸਾਰੇ ਸਟੈਂਡਰਡ ਫਾਰਮੂਲੇ, ਸਾਈਨ ਐਕਸ ਦਾ, ਕੋਸ ਐਕਸ ਦਾ, ਸਾਰੇ ਸਟੈਂਡਰਡ ਫਾਰਮੂਲੇ ਅਸੀਂ ਪੜ੍ਹੇ ਸੀ। ਤਾਂ ਉਹ ਜਿਹੜੇ ਸਟੈਂਡਰਡ ਫਾਰਮੂਲੇ ਨੇ ਉਹਨਾਂ ਦੇ ਵਿੱਚ ਅਗਰ ਐਕਸ ਦੀ ਜਗ੍ਹਾ 'ਤੇ ਕੋਈ ਵੀ ਲੀਨੀਅਰ ਫੰਕਸ਼ਨ ਆ ਜਾਏ ਤਾਂ ਉੱਥੇ ਸੇਮ ਫਾਰਮੂਲੇ ਯੂਜ਼ ਕਰ ਸਕਦੇ ਹਾਂ। ਕਹਿਣ ਦਾ ਮਤਲਬ ਅਸੀਂ ਪੜ੍ਹਿਆ ਸੀ ਸਾਈਨ ਐਕਸ ਦਾ ਇੰਟੀਗ੍ਰੇਸ਼ਨ ਕੀ ਹੁੰਦਾ ਹੈ ਆਪਣੇ ਕੋਲ, ਮਾਈਨਸ ਕੋਸ ਐਕਸ ਪਲੱਸ ਸੀ। ਜੇ ਗੱਲ ਕਰੀਏ x ਦੀ ਜਗ੍ਹਾ 'ਤੇ ਅਸੀਂ ਰਿਪਲੇਸ ਕਰ ਦਈਏ x ਪਲੱਸ 7 ਦੇ ਨਾਲ, ਕਿਉਂਕਿ ਅਸੀਂ ਪੜ੍ਹਿਆ ਸੀ ਵੀ ਸੇਮ ਹੋਣਾ ਚਾਹੀਦੀ ਹੈ, ਲੇਕਿਨ ਅਸੀਂ ਹੁਣ ਇੱਥੇ ਕੀ ਲੈ ਲਿਆ, ਲੀਨੀਅਰ ਫੰਕਸ਼ਨ ਲੈ ਲਿਆ ਹੈ ਨਾ। ਲੀਨੀਅਰ ਫੰਕਸ਼ਨ ਮਤਲਬ ਪਾਵਰ 1 ਹੈ ਨਾ, ਲੀਨੀਅਰ ਫੰਕਸ਼ਨ ਲੈ ਲਿਆ। ਤਾਂ ਹੁਣ ਇੱਥੇ ਜਦੋਂ ਅਸੀਂ ਇੰਟੀਗ੍ਰੇਸ਼ਨ ਕਰਾਂਗੇ ਤਾਂ ਸਾਈਨ ਦਾ ਇੰਟੀਗ੍ਰੇਸ਼ਨ ਕਰਾਂਗੇ ਸਭ ਤੋਂ ਪਹਿਲਾਂ, ਉਹ ਆ ਜਾਊ ਆਪਣੇ ਕੋਲ ਮਾਈਨਸ ਕੋਸ x ਪਲੱਸ 7, ਕਿਉਂਕਿ ਇੱਥੇ x ਪਲੱਸ 7 ਹੈ ਤਾਂ ਇੱਥੇ x ਪਲੱਸ 7 ਆਊਗਾ। ਲੇਕਿਨ ਇੱਥੇ ਨਵੀਂ ਚੀਜ਼ ਕੀ ਜਿਹੜੀ ਤੁਸੀਂ ਯਾਦ ਰੱਖਣੀ ਹੈ, ਉਹ ਇਹ ਯਾਦ ਰੱਖਣੀ ਹੈ ਵੀ ਜਦੋਂ ਅਸੀਂ ਡਿਨੋਮੀਨੇਟਰ ਦੇ ਵਿੱਚ ਲਿਖਣਾ, ਉਹ ਕੀ ਲਿਖਣਾ, ਡਿਨੋਮੀਨੇਟਰ ਦੇ ਵਿੱਚ ਅਸੀਂ ਲਿਖਣਾ ਉਸ ਫੰਕਸ਼ਨ ਦਾ ਡੈਰੀਵੇਟਿਵ। ਕਹਿਣ ਦਾ ਮਤਲਬ ਇੱਥੇ ਜਦੋਂ ਅਸੀਂ x ਲਿਖਦੇ ਸੀ ਤਾਂ x ਦਾ ਡੈਰੀਵੇਟਿਵ ਕੀ ਹੁੰਦਾ, 1, ਇਸ ਲਈ ਅਸੀਂ ਲਿਖਦੇ ਨਹੀਂ ਸੀ। ਲੇਕਿਨ ਇੱਥੇ ਸਾਡੇ ਕੋਲ ਲੀਨੀਅਰ ਫੰਕਸ਼ਨ ਆ ਗਿਆ, ਕੋਈ ਹੋਰ ਫੰਕਸ਼ਨ ਆ ਗਿਆ, ਤਾਂ ਆਪਾਂ ਇੱਥੇ ਕੀ ਕਰਾਂਗੇ, ਨੀਚੇ ਡੈਰੀਵੇਟਿਵ ਲਿਖਾਂਗੇ ਇਸ ਆਪਣੇ ਐਂਗਲ ਦਾ, ਸਾਈਨ ਦੇ ਐਂਗਲ ਦਾ। ਤਾਂ ਸਾਈਨ ਦਾ ਇੰਟੀਗ੍ਰੇਸ਼ਨ ਦਾ ਮਾਈਨਸ ਕੋਸ ਐਕਸ ਪਲੱਸ 7 ਆ ਗਿਆ। ਹੁਣ ਐਕਸ ਪਲੱਸ 7 ਦਾ ਕੀ ਕਰਾਂਗੇ ਅਸੀਂ, ਡਿਨੋਮੀਨੇਟਰ ਦੇ ਵਿੱਚ ਡੈਰੀਵੇਟਿਵ। ਤਾਂ ਐਕਸ ਪਲੱਸ 7 ਦਾ ਡੈਰੀਵੇਟਿਵ ਵੀ ਕੀ ਆ ਗਿਆ, 1 ਪਲੱਸ ਸੀ। ਤਾਂ ਆਨਸਰ ਕਿੰਨਾ ਆ ਗਿਆ, ਮਾਈਨਸ ਕੋਸ ਐਕਸ ਪਲੱਸ 7 ਪਲੱਸ ਸੀ। ਤਾਂ ਇਸ ਚੀਜ਼ ਦਾ ਜਿਹੜਾ ਤੁਸੀਂ ਧਿਆਨ ਰੱਖਣਾ ਹੈ ਵੀ ਜੇ ਸਾਡੇ ਕੋਲ ਐਕਸ ਦੀ ਜਗ੍ਹਾ 'ਤੇ ਕੋਈ ਹੋਰ ਲੀਨੀਅਰ ਫੰਕਸ਼ਨ ਹੈ ਤਾਂ ਸੇਮ ਫਾਰਮੂਲੇ, ਸਟੈਂਡਰਡ ਫਾਰਮੂਲੇ ਯੂਜ਼ ਹੋ ਜਾਣਗੇ। ਲੇਕਿਨ ਉਸ ਤੋਂ ਇਲਾਵਾ ਕੋਈ ਹੋਰ ਫੰਕਸ਼ਨ ਜੇ ਹੋਊਗਾ ਤਾਂ ਉਹ ਸਟੈਂਡਰਡ ਫਾਰਮੂਲੇ ਯੂਜ਼ ਨਹੀਂ ਹੋਣਗੇ। ਸਿਰਫ ਲੀਨੀਅਰ ਫੰਕਸ਼ਨ ਜਿਹੜੇ ਆ ਉਹਨਾਂ ਨੂੰ ਇਹ ਆਜ਼ਾਦੀ ਦਿੱਤੀ ਗਈ ਹੈ। ਹੁਣ ਅਗਰ ਦੇਖੀਏ ਤਾਂ ਇਹਨੂੰ ਅਸੀਂ ਦੋ ਮੈਥਡ ਨਾਲ ਸੋਲਵ ਕਰ ਸਕਦੇ ਹਾਂ। ਪਹਿਲਾ ਮੈਥਡ ਕੀ ਹੈ, ਸਟੈਂਡਰਡ ਫਾਰਮੂਲੇ ਵੀ a ਦੀ 2x ਇੰਟੂ dx ਬਰਾਬਰ ਹੋਊਗਾ a ਦੀ 2x ਦੇ, ਅਤੇ ਡੈਰੀਵੇਟਿਵ ਕਰ ਦਾਂਗੇ ਡਿਨੋਮੀਨੇਟਰ ਦੇ ਵਿੱਚ 2x ਦਾ, ਜੋ ਕਿ ਆਜੂ 2 ਅਤੇ ਨਾਲ ਪਲੱਸ c। ਇਹ ਸੀਗਾ ਆਪਣੇ ਕੋਲ ਮੈਥਡ 1, ਡਾਇਰੈਕਟ ਫਾਰਮੂਲਾ। ਕਿਉਂਕਿ ਇੱਥੇ ਆਪਣੇ ਕੋਲ x ਦੀ ਜਗ੍ਹਾ 'ਤੇ ਕੋਈ ਹੋਰ ਲੀਨੀਅਰ ਫੰਕਸ਼ਨ ਆ ਗਿਆ ਤਾਂ ਕਰ ਸਕਦੇ ਹਾਂ। ਮੈਥਡ 2 ਕੀ ਕਹਿੰਦਾ, ਮੈਥਡ 2 ਕਹਿੰਦਾ ਵੀ ਭਾਈ ਤੁਸੀਂ ਸਬਸਟੀਟਿਊਸ਼ਨ ਮੈਥਡ ਨਾਲ ਵੀ ਇਸ ਨੂੰ ਸੋਲਵ ਕਰ ਸਕਦੇ ਹੋ। ਸਬਸਟੀਟਿਊਸ਼ਨ ਨਾਲ ਕਿੱਦਾਂ ਸੋਲਵ ਕਰਾਂਗੇ, ਸਾਡੇ ਕੋਲ e ਦੀ ਪਾਵਰ 2x ਇੰਟੂ dx ਹੈ। ਅਸੀਂ ਕੀ ਕੀਤਾ, 2x ਦੀ ਜਗ੍ਹਾ 'ਤੇ ਕੋਈ ਹੋਰ ਵੈਰੀਏਬਲ ਲੈ ਲਿਆ ਜਿਹਨੂੰ ਅਸੀਂ t ਕਹਿ ਦਿੱਤਾ। ਹੁਣ ਅਸੀਂ ਕੀ ਕਰਾਂਗੇ ਰਾਜੇ, ਦੋਨਾਂ ਸਾਈਡ 'ਤੇ ਡੈਰੀਵੇਟਿਵ ਕਰਾਂਗੇ ਵਿਦ ਰਿਸਪੈਕਟ ਟੂ x 'ਤੇ। ਜਦੋਂ ਇੱਧਰ ਡੈਰੀਵੇਟਿਵ ਕੀਤਾ 2 ਬਾਹਰ ਆ ਗਿਆ, ਅਤੇ x ਦਾ ਡੈਰੀਵੇਟਿਵ ਵਿਦ ਰਿਸਪੈਕਟ ਟੂ x ਦੇ ਉਹ ਕੀ ਆ ਗਿਆ 1। ਇੱਧਰ ਕੀ ਆ ਗਿਆ ਆਪਣੇ ਕੋਲ t ਦਾ ਡੈਰੀਵੇਟਿਵ ਵਿਦ ਰਿਸਪੈਕਟ ਟੂ x ਦੇ ਉਹ ਕੀ ਆ ਜੋ dt ਅਪੋਨ dx। ਹੁਣ ਅਸੀਂ ਕਰਾਂਗੇ ਕ੍ਰੋਸ ਮਲਟੀਪਲਾਈ, ਤਾਂ ਨਾ ਇਹ ਕੀ ਬਣ ਜੂ ਆਪਣੇ ਕੋਲ 2 ਇੰਟੂ dx ਕਿਹਦੇ ਬਰਾਬਰ ਆ ਜੂ dt ਦੇ। ਹੁਣ 2x ਦੀ ਜਗ੍ਹਾ 'ਤੇ ਤਾਂ t ਮੈਂ ਇੱਥੇ ਜਿਹੜਾ ਸਬਸਟੀਟਿਊਟ ਕਰ ਸਕਦਾ। ਲੇਕਿਨ ਜੇ ਮੈਂ 2 ਇੰਟੂ dx ਬਣਾਉਣਾ ਹੈ, ਜੇ ਮੈਂ ਇੱਥੇ dt ਬਣਾਉਣਾ ਹੈ ਤਾਂ ਮੈਨੂੰ 2 ਇੰਟੂ dx ਚਾਹੀਦਾ, ਜੋ ਕਿ ਮੇਰੇ ਕੋਲ ਨਹੀਂ ਹੈ। ਤਾਂ ਮੈਂ ਕੀ ਕਰੂੰਗਾ ਰਾਜੇ, 2 ਨਾਲ ਮਲਟੀਪਲਾਈ, 2 ਨਾਲ ਡਿਵਾਈਡ। ਕਿਉਂਕਿ ਮੈਨੂੰ ਇੱਥੇ 2 ਇੰਟੂ dx ਬਣਾਉਣਾ ਹੈ। ਤਾਂ 1/2 ਬਾਹਰ ਰਹਿ ਗਿਆ, e ਦੀ ਪਾਵਰ 2x ਬਾਹਰ ਅੰਦਰ ਆ ਗਿਆ, ਇੰਟੀਗ੍ਰੇਸ਼ਨ ਦੇ ਅੰਦਰ ਹੀ ਆਊਗਾ, 2 ਇੰਟੂ dx ਲਿਖ ਲਿਆ। ਹੁਣ ਜਦੋਂ ਆਪਾਂ ਦੁਬਾਰਾ ਚੈੱਕ ਕਰਾਂਗੇ ਤਾਂ ਅਸੀਂ ਕਹਾਂਗੇ ਵੀ ਹੁਣ ਸਬਸਟੀਟਿਊਸ਼ਨ ਜਿਹੜੀ ਆ ਹੋ ਸਕਦੀ ਹੈ। e ਦੀ ਪਾਵਰ 2x ਦੀ ਜਗ੍ਹਾ 'ਤੇ ਕੀ ਆ ਜੂ t,
तो 2 इंटू डी एक्स की जगह पर की आ जाऊगा डी टी, क्योंकि रजे सानू जिहड़ा है वो डी एक्स जिहड़ा है वो भी चेंज करना पैना जो वेरीएबल सानू फंक्शन दे विच दे रखा है। अगर टी इत्थे आ रहा तो इत्थे असी डी एक्स नहीं लिख सकते, क्योंकि सानू सिंगल वेरीएबल दे विच ही सारा फंक्शन जिहड़ा है उहदा इंटीग्रेशन सॉल्व करना पैना। हुण असीं इहदा इंटीग्रेशन करांगे तो ए दी टी का इंटीग्रेशन तो तुहानूं पता है ए दी टी ही हुंदा, नाल क्या जो सी। इत्थे कई बार असीं करदे हां क्वेश्चन नूं छड्ड दिंदे हां तो इत्थों अपना जिहड़ा गलत हो जाता है, छड्डना नहीं। इस तो बाद टी की वैल्यू जिहड़ी असीं दोबारा सबस्टिट्यूट करनी है। तो तुसीं देखो आंसर जिहड़ा वो तो सेम ही आ रहा दोनों का, पर मैथड का फर्क है। लेकिन गल ये ध्यान च रखनी है भी आ मैथड जिहड़ा वन स्टैंडर्ड फॉर्मूले वाला ये सिर्फ उत्थे यूज़ होंदा है जिथे साडे कोल फंक्शन लीनियर है या फिर जो सानू फॉर्मूले दे रखे ने वो हूबहू उही साडे कोल होने चाहिए ने। अगे जिहड़ा नोट गिवन है रजे इस दे विच मैं आही गल लिखी है भी तुहाडे कोल जे एक्स की जगह ते लीनियर फंक्शन आ जाता तो तुसीं स्टैंडर्ड फॉर्मूले यूज़ कर सकते हो। आ एग्जाम्पल भी मैं जी दे रखी है, तुसीं आप इहनूं सॉल्व करना है। 2x+3 जी सूँ एग्जाम्पल दे रखी है, बड़ी सिंपल एग्जाम्पल है। उही जिहड़ा मैं स्टैंडर्ड फॉर्मूले नूं लीनियर फॉर्मूले दे नाल जिहड़ा जोड़ के दस्सिया वही गल दे उपर बेस्ड है एग्जाम्पल 2x+3। आ मैं लिख दिते रहे लिस्ट ऑफ सम फॉर्मूला विच फ्रिकेंटली यूज। हुण मैं देखो असी उत्थे की कीता सी पावर फॉर्मूला कीता सी, असी क्या सी एक्स की पावर n इंटू डी एक्स होवे उहनूं असीं लिखा सी एक्स दी n+1 अपॉन n+1 प्लस सी। तो n क्या सी बराबर नहीं होना चाहिए -1 के, क्योंकि डिनोमीनेटर च 0 बन जूगी ना, वो तो इनडेफिनेट बन जू 1/0 तो इनफिनिटी बन जू। तो इस हुण देखो मैं एक्स नाल रिप्लेस कर दिता, एक्स नाल रिप्लेस कर दिता किसी लीनियर फंक्शन ए एक्स प्लस बी नूं। ठीक है जी, तो ए एक्स प्लस बी नूं जो रिप्लेस किया तो वह इंटीग्रेशन क्या जो ए एक्स प्लस बी दी पावर n+1 तो नीचे n+1 एज इट इज़। लेकिन इत्थे की चेंज आ गया भी बाद दे विच्चों असीं ए एक्स प्लस बी जो फंक्शन है वह भी असीं की करना है डेरीवेटिव करना है डिनोमीनेटर दे विच। इस तरह साडे कोल की आ गया नेक्स्ट आ गया। नेक्स्ट की है रजे सैकेंड फॉर्मूला वो सीगा 1/x इंटू डी एक्स, जिन्होंने असीं लिखा सी लॉग एक्स का मॉडलस प्लस सी। ये भी किवें आया ये बारे भी गल करांगे अगे जाके, लेकिन हुण इत्थे असीं की है एक्स की जगह पर कोई होर लीनियर फंक्शन ए एक्स प्लस बी जिहड़ा रिप्लेस कर दिता। तो हुण की है रजे नीचे इहदा भी की आजू लॉग तो एक्स की जगह पर की आजू ए एक्स प्लस बी। सिंपल, कुछ नहीं किया, सेम आही फॉर्म पर डेरीवेटिव करना पैना इत्थे। तो डेरीवेटिव करांगे तो साडे कोल ए एक्स प्लस बी का जिहड़ा डेरीवेटिव है, क्योंकि सानू रजे 1/a x प्लस बी का लॉग ए एक्स प्लस बी इंटीग्रेशन लिख लिया। तो लेकिन हुण डेरीवेटिव करना पैना वो नहीं भुलना, तो वो डेरीवेटिव कितना आ जाऊगा ए आ जाऊगा। हुण अगला जिहड़ा साडे कोल थर्ड जिहड़ा फॉर्मूला रजे वो हैगा गा ए दी पावर बी एक्स प्लस सी, जद कि असीं कीता सी ए दी पावर एक्स का। इत्थे कितना आ गया ए दी पावर बी एक्स प्लस सी आ गया। तो यदा डेरीवेटिव कितना आ जाऊगा अपने को सेम ए दी पावर बी एक्स प्लस सी एज इट इज़, नीचे कितना आ जाऊगा लॉग ए। हुण इत्थे चीज़ किहड़ी रह गई अपने को, वो रह गई बी एक्स प्लस सी का डेरीवेटिव। तो बी एक्स प्लस सी का डेरीवेटिव कितना आ जाऊगा बी आ जाऊगा। तो ये गल्लां जिहड़ियां ध्यान रखनियां ने, नाल प्लस कैपिटल सी इत्थे आ जाऊ, क्योंकि स्मॉल सी इत्थे यूज़ कर लिया सी। तो सारे फॉर्मूले उस तरह ही जिहड़े स्टैंडर्ड फॉर्मूले दे रखे ने उन्होंने जस्ट मैं लीनियर फंक्शन के नाल रिप्लेस कर दिता। आ एग्जाम्पल भी जी रजे वो रिलेटेड है, इनू सॉल्व करके तुसीं मैनूं कमेंट बॉक्स के जरूर अपने आंसर दसने ने भी ई दी 2x-3 का इंटीग्रेशन करके कितना आंसर आया। अगे बढ़ते हैं, साडे कोल जिहड़ा अपने कोल चल रहा गा पहला टैक्नीक वो चल रही है सबस्टिट्यूशन मैथड के नाल इंटीग्रेशन नूं सॉल्व करना। केस 1 पढ़िया सी असीं ते हुण पढ़ रहे असीं केस 2। केस 2 दे विच रजे साडे कोल ये थ्योरम कह लो रिजल्ट कह लो बड़ा ही इंपॉर्टेंट है। कहंदे जे सोनू कोई फंक्शन दे रखा होवे इस टाइप का जिस दे विच फंक्शन का डेरीवेटिव डिनोमीनेटर ध्यान नाल देखो फंक्शन है डिनोमीनेटर दे विच उसका डेरीवेटिव सानू कित्थे दे रखा है न्यूमीनेटर दे विच। जे फंक्शन सानू दे रखा है किहो जिहा फंक्शन दे रखा है भी जिस फंक्शन का डिनोमीनेटर का डेरीवेटिव साडे कोल न्यूमीनेटर दे विच होवे तो उहदा आंसर साडे कोल कितना आ जांदा वो आ जांदा लॉग इंटू जिहड़ा डिनोमीनेटर दे विच फंक्शन गिवन है उहदे बराबर आ जांदा है। तो यही चीज़ जिहड़ी रजे इत्थे अप्लाई हुंदी सी 1/x इंटू डी एक्स ते। हुण तुसीं डिनोमीनेटर देखो कितना दे रखा है एक्स का डेरीवेटिव कितना 1 तो न्यूमीनेटर चैक करोगे तो तुहानूं 1 उत्थे नज़र आऊगा। इस करके असीं लिखा सी लॉग x प्लस सी। तो जी साडे कोल 1/a x प्लस बी सीगा
ਤਾਂ ਇੱਥੇ ਅਸੀਂ ਦੇਖਿਆ ਵੀ ਜਿਹੜਾ ax plus b ਹੈ ਡਿਨੋਮੀਨੇਟਰ ਦੇਖਣਾ ਹੁੰਦਾ, ਡਿਨੋਮੀਨੇਟਰ ਅਸੀਂ ਦੇਖਿਆ ਵੀ ਡਿਨੋਮੀਨੇਟਰ ਦਾ ਅਗਰ ਅਸੀਂ ਡੈਰੀਵੇਟਿਵ ਕਰਾਂਗੇ ਵਿਦ ਰਿਸਪੈਕਟ ਟੂ x ਦੇ ਤਾਂ ਸਾਡੇ ਕੋਲ ਕਿੰਨਾ ਬਚੂਗਾ, ਉਹ ਬਚੂਗਾ a ਬਚ ਜੂਗਾ ਹੈ ਨਾ। ਤੇ ਜੇ ਆਪਾਂ ਗੱਲ ਕਰੀਏ ਇੱਥੇ ਇੰਟੀਗ੍ਰੇਸ਼ਨ ਦੇ ਵਿੱਚ ਤਾਂ ਇੱਥੇ ਸਾਡੇ ਕੋਲ a ਨਹੀਂ ਦਿੱਤਾ ਹੋਇਆ, ਤਾਂ ਅਸੀਂ ਕੀ ਕੀਤਾ, a ਨਾਲ ਮਲਟੀਪਲਾਈ ਕਰਤਾ ਤੇ a ਨਾਲ ਡਿਵਾਈਡ ਕਰਤਾ। ਆ ਜਿਹੜੀ ਉੱਪਰ ਵਾਲੀ a ਸੀ ਇਹ ਇੱਥੇ ਅੰਦਰ ਲਿਖ ਲਈ। ਹੁਣ ਤੁਸੀਂ ਚੈੱਕ ਕਰੋਗੇ ਤਾਂ ਸਾਡੇ ਕੋਲ ਨੀਚੇ ਵਾਲੇ ਡਿਨੋਮੀਨੇਟਰ ਦਾ ਡੈਰੀਵੇਟਿਵ ਉੱਪਰ ਨਿਊਮੀਨੇਟਰ ਦੇ ਵਿੱਚ ਪਿਆ, ਤਾਂ ਅਸੀਂ ਇਹਨੂੰ ਕਿੱਦਾਂ ਲਿਖ ਲਾਂਗੇ, ਇਹਨੂੰ ਲਿਖ ਲਾਂਗੇ 1/a। ਤਾਂ ਆ ਜਿਹੜੀ ਇੰਟੀਗ੍ਰੇਸ਼ਨ ਹੈ ਇਹਨੂੰ ਸੋਲਵ ਕਰਕੇ ਕੀ ਆ ਜਾਊਗਾ, log ਫੰਕਸ਼ਨ ਕੀ ਹੈ ax plus b plus c। ਤਾਂ ਇਹਦਾ ਆਨਸਰ ਜਿਹੜਾ ਸਾਡੇ ਕੋਲ ਫਾਈਂਡ ਆਊਟ ਕੀਤਾ ਸੀ ਅਸੀਂ ਪਿਛਲੇ ਦੋ ਫਾਰਮੂਲੇਜ਼ ਦੇ ਵਿੱਚ ਹੈ ਨਾ, ਸਟੈਂਡਰਡ ਫਾਰਮੂਲੇ ਦੇ ਵਿੱਚ। ਆ ਜਿਹੜਾ ਸਾਡੇ ਕੋਲ ਸਟੈਂਡਰਡ ਫਾਰਮੂਲਾ ਦੇ ਰੱਖਿਆ ਇਹਦੇ ਵਿੱਚ ਆ ਦੇਖੋ ਆਹੀ ਆਨਸਰ ਜਿਹੜਾ ਸਾਡੇ ਕੋਲ ਕੱਢਿਆ ਹੋਇਆਗਾ। ਤਾਂ ਇਸ ਤਰ੍ਹਾਂ ਰਾਜੇ ਥਿਊਰਮਸ ਜਿਹੜੀਆਂ ਨੇ ਕਾਫੀ ਇੰਪੋਰਟੈਂਟ ਨੇ। ਹੁਣ ਐਗਜ਼ਾਮਪਲ ਆ ਗਈ ਅੱਗੇ, ਐਗਜ਼ਾਮਪਲ ਦੇ ਵਿੱਚ ਕਹਿੰਦੇ ਸੋਲਵ ਕਰੋ। ਪਹਿਲਾਂ ਤਾਂ ਸਾਡਾ ਥੋੜਾ ਜਿਹਾ ਮਨ ਘਬਰਾ ਜਾਂਦਾ ਵੀ ਇਦਾਂ ਦਾ ਕੁਐਸਚਨ ਦੇਖ ਕੇ ਵੀ ਇਦਾਂ ਲੈਂਥੀ ਕੁਐਸਚਨ ਆ ਗਿਆ, ਲੇਕਿਨ ਜਦੋਂ ਤੁਸੀਂ ਡਿਨੋਮੀਨੇਟਰ ਦੇਖਿਆ ਤੁਸੀਂ ਕਿਹਾ ਵੀ ਇਹਦਾ ਡੈਰੀਵੇਟਿਵ ਕਰਕੇ ਦੇਖੀਏ। ਡੈਰੀਵੇਟਿਵ ਕਿੰਨਾ ਹੋਊਗਾ, 2x plus 5 minus 0, ਕਹਿਣ ਦਾ ਮਤਲਬ 2x plus 5। ਤੇ ਉਹ ਡਿਨੋਮੀਨੇਟਰ ਦਾ ਜਿਹੜਾ ਡੈਰੀਵੇਟਿਵ ਆ ਉਹ ਤਾਂ ਨਿਊਮੀਨੇਟਰ ਦੇ ਵਿੱਚ ਪਿਆ, ਤਾਂ ਇਹਦਾ ਤਾਂ ਸਿੱਧਾ ਹੀ ਆਨਸਰ ਆ ਗਿਆ ਆਪਣੇ ਕੋਲ log ਮੋਡੂਲਸ ਆਫ x² plus 5x minus 7 plus c। ਤਾਂ ਆਸਾਨ ਹੋ ਜਾਂਦਾ ਜੇ ਤੁਸੀਂ ਥਿਊਰਮਸ ਰਿਜ਼ਲਟਸ ਸ਼ਾਰਟਕਟ ਪੜ੍ਹ ਲਓਗੇ, ਲੇਕਿਨ ਅਗਰ ਤੁਸੀਂ ਸ਼ਾਰਟਕਟ ਜਿਹੜਾ ਪੜ੍ਹ ਲਓਗੇ ਥੋੜਾ ਜਿਹਾ ਉਹਦਾ ਲੌਜਿਕ ਸਮਝ ਕੇ ਤਾਂ ਉਹ ਈਜ਼ਲੀ ਯਾਦ ਵੀ ਰਹਿ ਜਾਂਦਾ ਹੈ। ਨੈਕਸਟ ਸਾਡੇ ਕੋਲ ਥਰਡ ਕੇਸ ਹੈ ਇਸੇ ਸਬਸਟੀਟਿਊਸ਼ਨ ਟੈਕਨੀਕ ਦੇ ਵਿੱਚ। ਇਹ ਜਿਹੜਾ ਥਰਡ ਕੇਸ ਹੈ ਇਹਦੇ ਵਿੱਚ ਕਹਿੰਦੇ ਵੀ ਤੁਹਾਨੂੰ ਇੰਟੀਗ੍ਰੇਸ਼ਨ ਦੇ ਅੰਦਰ ਕੋਈ ਫੰਕਸ਼ਨ ਦੇ ਰੱਖਿਆ ਤੇ ਉਹ ਫੰਕਸ਼ਨ ਦੀ ਕੋਈ ਪਾਵਰ ਹੈ n ਤੇ ਉਹਦੇ ਨਾਲ ਮਲਟੀਪਲਾਈ ਹੈ ਕਿ ਉਸੇ ਫੰਕਸ਼ਨ ਦਾ ਡੈਰੀਵੇਟਿਵ। ਤਾਂ ਤੁਸੀਂ ਡਾਇਰੈਕਟ ਕੀ ਲਿਖ ਸਕਦੇ ਹੋ, ਤੁਸੀਂ ਲਿਖ ਸਕਦੇ ਹੋ ਉਸ ਫੰਕਸ਼ਨ ਦੀ ਪਾਵਰ ਦੇ ਵਿੱਚ ਇੱਕ ਐਡ ਕਰਕੇ ਉਸੇ ਪਾਵਰ ਦੇ ਵਿੱਚ ਐਡ ਕਰਕੇ ਜੋ ਆਨਸਰ ਆਇਆ ਸੀ ਉਹਨੂੰ ਡਿਨੋਮੀਨੇਟਰ ਦੇ ਵਿੱਚ। ਐਗਜ਼ਾਮਪਲ ਦੇ ਰੱਖੇ ਜਿਸ ਤਰ੍ਹਾਂ ਕਹਿੰਦੇ sin cube x into cos ਦੀ ਪਾਵਰ 1x into dx। ਤੁਸੀਂ ਦੇਖੋਗੇ ਵੀ ਜਿਹੜਾ ਸਾਈਨ ਹੈ ਉਹਦੀ ਕੋਈ ਪਾਵਰ ਦੇ ਰੱਖੀ ਆ 3 ਹੈ ਨਾ। ਇਸ ਨੂੰ ਅਸੀਂ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ ਕਿ sin x ਤੇ ਉਹਦੀ ਪਾਵਰ ਕਿੰਨੀ ਦੇ ਰੱਖੀ ਹੈ 3 ਮਲਟੀਪਲਾਈ ਬਾਈ cos x into dx। ਜੇ ਅਸੀਂ sin x ਦਾ ਡੈਰੀਵੇਟਿਵ ਕਰੀਏ ਤਾਂ ਉਹ ਬਰਾਬਰ ਕਿਹਦੇ ਹੁੰਦਾ ਆਪਣੇ ਕੋਲ cos x ਦੇ। ਤੇ ਹੁਣ ਜੇ ਆਪਣੇ ਕੋਲ ਸਾਈਨ ਦਾ ਡੈਰੀਵੇਟਿਵ ਕਹਿੰਦਾ ਮਤਲਬ ਇਸ ਫੰਕਸ਼ਨ ਦਾ ਡੈਰੀਵੇਟਿਵ ਨਾਲ ਮਲਟੀਪਲਾਈ ਦੇ ਵਿੱਚ ਹੈ, ਤਾਂ ਅਸੀਂ ਇਹਦਾ ਆਨਸਰ ਡਾਇਰੈਕਟ ਕੀ ਲਿਖ ਸਕਦੇ ਹਾਂ, sin x 3 plus 1 upon 3 plus 1 plus c। ਕਹਿੰਦਾ ਮਤਲਬ sin 4x upon 4 plus c ਲਿਖ ਸਕਦੇ ਹਾਂ। ਇਹ ਤਾਂ ਰਾਜੇ ਇੱਕ ਮੈਥਡ ਹੈ। ਇਸ ਤੋਂ ਬਾਅਦ ਅਸੀਂ ਇੱਕ ਹੋਰ ਮੈਥਡ ਇਹਨੂੰ ਪੜ੍ਹਾਂਗੇ ਜਿਸ ਦੇ ਵਿੱਚ ਅਸੀਂ ਪੜ੍ਹਾਂਗੇ ਵੀ ਕਿਸ ਤਰ੍ਹਾਂ ਜੇ ਸਾਡੇ ਕੋਲ ਸਾਈਨ ਤੇ ਕੋਸ ਫੰਕਸ਼ਨ ਆ ਜਾਣ ਤੇ ਉਹਨਾਂ ਦੀਆਂ ਪਾਵਰਾਂ ਔਡ ਹੋਣ ਤਾਂ ਕਿੱਦਾਂ ਉਹਨੂੰ ਸੋਲਵ ਕਰਦੇ ਨੇ। ਤਾਂ ਉੱਥੇ ਵੀ ਤੁਸੀਂ ਸੋਲਵ ਇਹਨੂੰ ਕਰ ਸਕਦੇ ਹੋ, ਜ਼ਰੂਰੀ ਨਹੀਂ ਵੀ ਇੱਦਾਂ ਇਸੇ ਮੈਥਡ ਦੇ ਨਾਲ ਸੋਲਵ ਕਰੀਏ। ਇੱਕ ਹੋਰ ਮੈਥਡ ਹੈ ਜਿਹਦੇ ਨਾਲ ਅਸੀਂ ਇਹੀ ਸੇਮ ਐਗਜ਼ਾਮਪਲ ਨੂੰ ਸੋਲਵ ਕਰ ਸਕਦੇ ਹਾਂ। ਨੈਕਸਟ ਅਸੀਂ ਸਲਾਈਡਸ ਦੇ ਵਿੱਚ ਅਗਲੇ ਸਲਾਈਡਸ ਦੇ ਵਿੱਚ ਅਸੀਂ ਪੜ੍ਹਾਂਗੇ। ਤਾਂ ਐਗਜ਼ਾਮਪਲ ਦੇ ਵਿੱਚ ਕੀ ਹੈ ਸਾਡੇ ਕੋਲ ਵੈਰੀਫਾਈ ਹੋ ਜਾਂਦਾ ਹੈ ਵੀ ਆਹ ਥਿਊਰਮ ਜਿਹੜੀ ਹੈ ਉਹ ਕਿੱਦਾਂ ਅਪਲਾਈ ਕਰਨੀ ਹੈ, ਕਿੱਦਾਂ ਅਸੀਂ ਉਹਨੂੰ ਅਪਲਾਈ ਕਰਨਾ ਹੈ। ਠੀਕ ਹੈ, ਇਸ ਚੀਜ਼ ਦਾ ਧਿਆਨ ਰੱਖਣਾ। ਇਹ ਸੀ ਸਾਡੇ ਕੋਲ ਕੇਸ ਨੰਬਰ 3 ਕਿਹਦਾ, ਇੰਟੀਗ੍ਰੇਸ਼ਨ ਬਾਏ ਸਬਸਟੀਟਿਊਸ਼ਨ ਦਾ। ਨੈਕਸਟ ਵਧਦੇ ਹਾਂ ਸਾਡੇ ਕੋਲ ਬੀ ਪਾਰਟ ਜਿਹੜਾ ਦੂਸਰਾ ਸਾਡੇ ਕੋਲ ਟੈਕਨੀਕ ਹੈ ਉਹ ਹੈਗੀ ਹੈ ਇੰਟੀਗ੍ਰੇਸ਼ਨ ਬਾਏ ਪਾਰਟਸ। ਆਲਰੇਡੀ ਮੈਨੂੰ ਲੱਗਦਾ ਕਈ ਸਟੂਡੈਂਟਸ ਨੇ ਤਾਂ +2 ਦੇ ਵਿੱਚ ਇਹ ਕੁਐਸਚਨ ਇੰਨੇ ਵਾਰ ਕਰ ਰੱਖੇ ਨੇ ਕਿ ਕਹਿੰਦੇ ਹੁੰਦੇ ਨਾ ਕਿ ਇੱਕ ਆਪਣਾ ਸੁਪਨਾ ਹੁੰਦਾ ਭੈੜਾ ਸੁਪਨਾ, ਉਸ ਤਰ੍ਹਾਂ ਇਹ ਆਪਣੇ ਭੈੜੇ ਸੁਪਨੇ ਵਾਂਗੂ ਆਪਾਂ ਨੂੰ ਯਾਦ ਹੈ ਕਿ ਅਸੀਂ ਇਹਨੂੰ ਭੁੱਲ ਨਹੀਂ ਸਕਦੇ ਇਸ ਪਾਰਟ ਨੂੰ ਇੰਟੀਗ੍ਰੇਸ਼ਨ ਦੇ ਨੂੰ ਨਾ, ਇੰਟੀਗ੍ਰੇਸ਼ਨ ਬਾਏ ਪਾਰਟਸ ਵਾਲੀ ਟੈਕਨੀਕ ਨੂੰ। ਇਸ ਦੇ ਵਿੱਚ ਕੀ ਲਿਖ ਰੱਖਿਆ, ਕਹਿੰਦੇ ਦਿਸ ਮੈਥਡ ਇਜ਼ ਯੂਜ਼ਡ ਟੂ ਇੰਟੀਗ੍ਰੇਟ ਦਾ ਪ੍ਰੋਡਕਟ ਆਫ ਟੂ ਫੰਕਸ਼ਨਸ ਇਫ fx ਐਂਡ gx ਆਰ ਦਾ ਟੂ ਇੰਟੀਗ੍ਰੇਬਲ ਫੰਕਸ਼ਨਸ ਦੈਨ। ਦੇਖੋ ਇੱਥੇ ਸਾਡੇ ਕੋਲ ਦੋ ਫੰਕਸ਼ਨ ਚੂਜ਼ ਕੀਤੇ ਗਏ ਨੇ, ਅਲੱਗ-ਅਲੱਗ ਫੰਕਸ਼ਨ ਚੂਜ਼ ਕੀਤੇ ਗਏ ਨੇ। ਟਾਈਪਸ ਫੰਕਸ਼ਨ ਦੀਆਂ ਮੈਂ ਲਿਖ ਰੱਖੀਆਂ ਨੇ ਅੱਗੇ, ਜਿਵੇਂ ਇਨਵਰਸ ਹੋ ਗਿਆ, ਲੋਗਰਿਦਮਿਕ ਹੋ ਗਿਆ, ਐਲਜੈਬਰਿਕ ਹੋ ਗਿਆ, ਟ੍ਰਿਗਨੋਮੈਟ੍ਰਿਕ ਹੋ ਗਿਆ, ਐਕਸਪੋਨੈਂਸ਼ੀਅਲ ਹੋ ਗਿਆ। ਕਹਿੰਦਾ ਮਤਲਬ ਦੋ ਅਲੱਗ-ਅਲੱਗ ਫੰਕਸ਼ਨ ਜੇ ਆਪਸ 'ਚ ਮਲਟੀਪਲਾਈ ਹੋਏ ਨੇ ਤੇ ਅਸੀਂ ਉਹਨਾਂ ਦੀ ਇੰਟੀਗ੍ਰੇਸ਼ਨ ਸੋਲਵ ਕਰਨੀ ਹੈ ਤਾਂ ਉਹਨੂੰ ਅਸੀਂ ਸੋਲਵ ਕਰਾਂਗੇ ਇੰਟੀਗ੍ਰੇਸ਼ਨ ਬਾਏ ਪਾਰਟਸ ਦੇ ਨਾਲ। ਤਾਂ ਇੰਟੀਗ੍ਰੇਸ਼ਨ ਪਾਰਟਸ ਦੇ ਨਾਲ ਸੋਲਵ ਕਰਨ ਲਈ ਸਭ ਤੋਂ ਪਹਿਲਾਂ ਸਾਨੂੰ ਇਹ ਵਰਡ ਬਾਰੇ ਪਤਾ ਹੋਣਾ ਚਾਹੀਦਾ ਜੋ ਕਿ ਹੈ ਆਈਲੇਟ। ਆਈਲੇਟ ਦਾ ਮਤਲਬ ਹੈ ਵੀ ਤੁਸੀਂ ਜਿਹੜਾ ਫੰਕਸ਼ਨ ਹੈ ਉਸ ਨੂੰ ਕਿਵੇਂ ਆਰਡਰ ਦੇ ਵਿੱਚ ਲਿਖੋਗੇ, ਕਿਹੜਾ ਫੰਕਸ਼ਨ ਫਸਟ ਫੰਕਸ਼ਨ ਹੋਊਗਾ, ਕਿਹੜਾ ਫੰਕਸ਼ਨ ਸੈਕੰਡ ਫੰਕਸ਼ਨ ਹੋਊਗਾ, ਉਹ ਆਪਾਂ ਨੂੰ ਇਹ ਵਰਡ ਤੋਂ ਪਤਾ ਲੱਗਦਾ ਹੈ। ਇਹ ਆਪਾਂ ਨੂੰ ਆਰਡਰ ਦੱਸਦਾ ਹੈ ਵੀ ਕਿਸ ਆਰਡਰ ਦੇ ਵਿੱਚ ਅਸੀਂ ਫੰਕਸ਼ਨ ਨੂੰ ਲਿਖਣਾ ਹੈ। ਠੀਕ ਹੈ ਜੀ, ਕਿਵੇਂ ਦੇਖੋ ਪਹਿਲਾਂ
देखो जी अगर तुहानूं कह दिता जाए भी तुसी इंटीग्रेशन फाइंड आउट करना है एक्स लॉग एक्स इंटू डी एक्स। हुण एक्स की अपने को एक्स तो अपने को एल्जैब्रिक फंक्शन है, एक्स हो गया एक्स स्केयर हो गया एक्स प्लस वन हो गया 1 हो गया 2 हो गया 3, ये सारे की अपने को एल्जैब्रिक वैल्यूज़ है ना। इनवर्स की गल करिए तो साइन इनवर्स कॉस इनवर्स एक्स टैन इनवर्स एक्स या फिर टैन इनवर्स एक्स प्लस वन, ये सारे की अपने को इनवर्स। उस तो गल करिए लॉगरिथमिक तो लॉग एक्स प्लस वन, ये अपने को की ने लॉगरिथमिक वैल्यूज़ ने है ना फंक्शन ने। ट्रिग्नोमेट्री हो गया साइन एक्स कॉस एक्स टैन एक्स साइन एक्स प्लस वन, ये सारे ट्रिग्नोमेट्रिक फंक्शन हो गई। ट्रिग्नोमेट्री तो इनवर्स ਨੂੰ ਦੋਨਾਂ ਨੂੰ अलग-अलग ਜਿਹੜੇ फंक्शन ਮੰਨਿਆ ਗਿਆ, ਇਹ चीज़ ਨੂੰ ਧਿਆਨ 'ਚ ਰੱਖਣਾ ਹੈ। ਤੁਸੀਂ ਇਹ ਨਾ ਸੋਚੋ ਵੀ ट्रिग्नोमेट्री ਦੇ ਵਿੱਚ ਹੀ ਤਾਂ ਇਨਵਰਸ ट्रिग्नोमेट्री ਹੁੰਦੀ ਹੈ, ਪਰ ਇੱਥੇ ਅਸੀਂ ਜਿਹੜਾ ਹੈ ਉਹਨਾਂ ਨੂੰ ਅਲੱਗ-ਅਲੱਗ ਸਪੋਜ਼ ਕਰਕੇ ਰੱਖਿਆ ਹੋਇਆਗਾ ਤਾਂ ਕਿ ਸਾਡੇ ਕੁਐਸਚਨ ਨੂੰ ਸੋਲਵ ਕਰਨ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ। ਤੇ ਲਾਸਟ ਸਾਡੇ ਕੋਲ ਫੰਕਸ਼ਨ ਦੀ ਟਾਈਪ ਦੇ ਰੱਖੀ ਹੈ ਉਹ ਹੈਗੀ ਐਕਸਪੋਨੈਂਸ਼ੀਅਲ। ਅਕਸਰ ਕੀ ਹੁੰਦਾ ਹੈ ਐਕਸਪੋਨੈਂਸ਼ੀਅਲ ਫੰਕਸ਼ਨ ਦੇ ਵਿੱਚ ਸਿਰਫ ਅਸੀਂ e ਦੀ x ਨੂੰ ਸਪੋਜ਼ ਕਰ ਲੈਂਦੇ ਜਾਂ ਫਿਰ e ਦੀ 2x ਨੂੰ e ਦੀ 3x ਨੂੰ, ਨਹੀਂ ਅਗਰ e ਦੀ ਪਾਵਰ sin x ਹੈ ਉਹਨੂੰ ਵੀ ਅਸੀਂ ਐਕਸਪੋਨੈਂਸ਼ੀਅਲ ਫੰਕਸ਼ਨ ਦੇ ਵਿੱਚ ਹੀ ਮਿਲਾਂਗੇ। ਅਗਰ ਆਪਣੇ ਕੋਲ 2 ਦੀ ਪਾਵਰ tan x ਹੈ ਉਹ ਵੀ ਸਾਡੇ ਕੋਲ ਐਕਸਪੋਨੈਂਸ਼ੀਅਲ ਵਿੱਚ ਹੀ ਕਾਊਂਟ ਹੋਊਗਾ। ਤਾਂ ਇਸ ਚੀਜ਼ ਦਾ ਜਿਹੜਾ ਤੁਸੀਂ ਧਿਆਨ ਰੱਖਣਾ ਜਦੋਂ ਐਕਸਪੋਨੈਂਸ਼ੀਅਲ ਫੰਕਸ਼ਨ ਬਾਰੇ ਤੁਸੀਂ ਡਿਫਰੈਂਸ਼ੀਏਸ਼ਨ ਕਰਨਾ ਵੀ ਕਿਹੜਾ ਐਕਸਪੋਨੈਂਸ਼ੀਅਲ ਫੰਕਸ਼ਨ ਹੈ ਕਿਹੜਾ ਨਹੀਂ। ਤਾਂ ਜਦੋਂ ਜੇ ਸਾਨੂੰ ਫੰਕਸ਼ਨ ਦੇ ਆਰਡਰ ਦਾ ਪਤਾ ਲੱਗ ਗਿਆ ਤਾਂ ਫਿਰ ਅਸੀਂ ਆਹ ਫਾਰਮੂਲਾ ਯੂਜ਼ ਕਰਨਾ ਹੈ। ਇਹ ਫਾਰਮੂਲਾ ਕੀ ਕਹਿੰਦਾ? ਇਹ ਫਾਰਮੂਲਾ ਕਹਿੰਦਾ ਜੇ ਸਾਡੇ ਕੋਲ ਦੋ ਫੰਕਸ਼ਨ ਨੇ, ਇਹ ਮੰਨ ਲਓ ਫਸਟ ਫੰਕਸ਼ਨ ਹੈ ਇਹ ਸੈਕਿੰਡ ਫੰਕਸ਼ਨ ਹੈ, ਮੰਨ ਲਓ ਮੈਂ ਆਰਡਰ ਦੇ ਵਿੱਚ ਹੀ ਲਿਖੇ ਹੋਏ ਨੇ, ਤਾਂ ਕੀ ਕਰਨਾ ਤੁਸੀਂ ਫਸਟ ਫੰਕਸ਼ਨ ਐਜ਼ ਇਟ ਇਜ਼ ਦੂਜੇ ਫੰਕਸ਼ਨ ਦਾ ਇੰਟੀਗ੍ਰੇਸ਼ਨ ਮਾਈਨਸ ਇਹਨੂੰ ਬੋਲਦੇ ਆ ਹੋਲ ਇੰਟੀਗ੍ਰੇਸ਼ਨ, ਮਤਲਬ ਵੱਡੀ ਇੰਟੀਗ੍ਰੇਸ਼ਨ। ਹੋਲ ਇੰਟੀਗ੍ਰੇਸ਼ਨ ਮਤਲਬ ਜੋ ਵੀ ਅੰਦਰ ਟਰਮਸ ਨੇ ਉਹਨਾਂ ਸਾਰਿਆਂ ਦੀ ਇੰਟੀਗ੍ਰੇਸ਼ਨ, पहले फंक्शन का डेरीवेटिव मल्टीप्लाई बाय दूजे फंक्शन की इंटीग्रेशन, फिर इन्होंने सारे की करनी है इंटीग्रेशन। ठीक है जी, तो इन्हू याद रखने का तरीका की है फस्ट फंक्शन एज इट इज़ सैकेंड फंक्शन का इंटीग्रेशन माइनस होल इंटीग्रेशन, वो की है डेरीवेटिव ऑफ फस्ट फंक्शन इंटू इंटीग्रेशन ऑफ सैकेंड फंक्शन। ये आप एग्जाम्पल के नाल समझते हैं। हुण साडे कोल की है एक्स लॉग एक्स इंटू डी एक्स, तो एक्स अपने कोल की है एल्जैब्रिक फंक्शन, लॉग एक्स लॉगरिदमिक हो गया। तो हुण असीं इहनूं किवें नंबर करांगे, तो लॉग एक्स साडे कोल फस्ट फंक्शन है, एक्स की है साडे कोल सैकेंड फंक्शन। जे तुहानूं थोड़ी दिक्कत होवे तां तुसीं की कर लिया करो, इहनूं पहलां तो ही जिहड़ा उहनूं ऑर्डर दे विच लिख लिया करो। हुण जदों मैं ऑर्डर च लिख लिया तो मैं की करूँगा फस्ट फंक्शन इहनूं सैकेंड फंक्शन है ना, तो फस्ट फंक्शन एज इट इज़ कहना मतलब लॉग एक्स एज इट इज़। उस तो बाद की कीता सी आपां, देखो उपर फार्मूला लिखिया है फस्ट फंक्शन एज इट इज़ दूजे फंक्शन का इंटीग्रेशन, कहना मतलब एक्स का इंटीग्रेशन माइनस होल इंटीग्रेशन वड्डी इंटीग्रेशन, पहले फंक्शन का डेरीवेटिव कहना मतलब डी वाई बाय डी एक्स ऑफ लॉग एक्स इंटू इंटीग्रेशन ऑफ सैकेंड फंक्शन एक्स इंटू डी एक्स। तो इन्होंने सारे का की है होल इंटीग्रेशन करना है। कितना आ जाऊगा जी अपने को लॉग एक्स एज इट इज़ एक्स का इंटीग्रेशन आ जू एक्स स्केयर बाय 2 माइनस इन ब्रैकेट पा लो। उस तो बाद अपने को क्या आ गया इंटीग्रेशन, पहले का डेरीवेटिव लॉग एक्स का डेरीवेटिव 1/x इंटू एक्स का इंटीग्रेशन एक्स की 2/2 इंटू डी एक्स, इतने डी एक्स आऊगा। ठीक है जी, तो एक ही आ गया अपने को लॉग एक्स एक्स स्केयर बाय 2 माइनस हुण इत्थे एक्स नाल एक एक्स कैंसल आउट हो गया तो 1/2 बाहर आ गया, की बचा एक्स तो एक्स का इंटीग्रेशन कितना आ गया एक्स की 2/2 प्लस नाल सी लगाना ना भुल्लिओ। तो इस तरह रजी जिहड़ा असी इंटीग्रेशन बाय पार्ट्स करनी है जदों साडे कोल दो अलग अलग फंक्शन होण ते दोने की होण एक दूसरे नाल प्रोडक्ट दे विच गिवन होण। एग्जाम्पल एक होर देख लैने, साडे कोल एग्जाम्पल सानू दे रखी है, कहते फाइंड आउट करो इवैल्यूएट करो इंटीग्रेशन ऑफ लॉग एक्स इंटू डी एक्स। इस तरह के क्वेश्चन जिहड़े ने पेपर दे विच काफ़ी जरूर आउंदे ने। अगर असी गल करिए +1 +2 की है ना बेसिक जिहड़ा साडा पेपर हुंदा ਉਹਦੇ ਵਿੱਚ ਕੀ ਹੁੰਦਾ ਸਾਡੇ ਕੋਲ ਇਸ ਤਰ੍ਹਾਂ ਦੇ ਕੁਐਸਚਨ ਆਉਂਦੇ ਨੇ ਵੀ ਪਹਿਲਾਂ ਦੇਖਣ ਸਾਰ ਹੀ ਸਾਡਾ ਧਿਆਨ ਜਾਵੇ ਨਾ। ਹੁਣ ਅਸੀਂ ਇੱਥੇ ਸੋਚੀ ਬੈਠੇ ਹਾਂ ਵੀ ਸਾਡੇ ਕੋਲ ਤਾਂ ਇਕੱਲਾ log x ਹੈ, ਜੇ ਤੁਸੀਂ ਸਟੈਂਡਰਡ ਫਾਰਮੂਲੇ ਧਿਆਨ ਨਾਲ ਦੇਖੇ ਨੇ, ਜੇ ਨਹੀਂ ਦੇਖੇ ਤਾਂ ਦੁਬਾਰਾ ਉੱਪਰ ਬੈਕ ਕਰਕੇ ਵੀਡੀਓ ਨੂੰ ਜ਼ਰੂਰ ਦੇਖੋ। ਸਟੈਂਡਰਡ ਫਾਰਮੂਲੇ ਦੇ ਵਿੱਚ ਅਸੀਂ ਪੜ੍ਹਿਆ ਸੀਗਾ ਵੀ 1/x ਇੰਟੂ dx ਦਾ ਇੰਟੀਗ੍ਰੇਸ਼ਨ ਹੁੰਦਾ ਹੈ log x + c ਦੇ ਬਰਾਬਰ। तो किते भी असी log x इंटू डी एक्स का फार्मूला नहीं पढ़िया, सीधा स्टैंडर्ड फार्मूले की गल कर रहे हैं मैं। ठीक है जी, असी 1/x तो जरूर log x + c पढ़िया पर कला log x का फार्मूला नहीं पढ़िया।
ਤਾਂ ਇੱਥੇ ਰਾਜੇ ਕਿਸੇ ਕੀ ਕਰਾਂ, ਸਾਨੂੰ ਪਤਾ ਹੈ ਵੀ ਅਸੀਂ 1 ਨੂੰ ਜਿਹੜਾ ਉਹ ਮਲਟੀਪਲਾਈ ਕਰ ਸਕਦੇ ਹਾਂ। ਤਾਂ 1 ਮਲਟੀਪਲਾਈ ਕਰਤਾ ਤਾਂ ਆਪਣੇ ਕੋਲ ਕੀ ਬਣ ਜੂ 1 log x dx है ना। 1 ਨੂੰ ਮਲਟੀਪਲਾਈ ਕਰ ਹੀ ਸਕਦੇ ਆ ਨਾ log x ਨਾਲ। ਤਾਂ 1 ਕੀ ਆ 1 log x dx। ਹੁਣ 1 ਕੀ ਆਪਣੇ ਕੋਲ ਅਲਜੈਬਰਿਕ ਆ ਗਿਆ ਤੇ log x ਕੀ ਲੋਗਰਿਥਮਿਕ। ਹੁਣ ਅਸੀਂ ਕੀ ਕਰਾਂਗੇ ਇਹਨੂੰ ਆਰਡਰ 'ਚ ਲਿਖ ਲਾਂਗੇ। ਕਹਿਣ ਦਾ ਮਤਲਬ log x ਪਹਿਲਾਂ ਇੰਟੂ 1 ਬਾਅਦ ਦੇ ਵਿੱਚ। ਤਾਂ ਫਾਰਮੂਲਾ ਲਗਾ ਦਿਓ ਫਸਟ ਫੰਕਸ਼ਨ ਐਜ਼ ਇਟ ਇਜ਼, ਕਹਿਣ ਦਾ ਮਤਲਬ log x ਐਜ਼ ਇਟ ਇਜ਼, ਇੰਟੀਗ੍ਰੇਸ਼ਨ ਆਫ ਸੈਕਿੰਡ ਫੰਕਸ਼ਨ, ਆ ਫਸਟ ਫੰਕਸ਼ਨ ਬਣ ਗਿਆ, ਆ ਸੈਕਿੰਡ ਫੰਕਸ਼ਨ ਬਣ ਗਿਆ, ਮਾਈਨਸ ਹੋਲ ਇੰਟੀਗ੍ਰੇਸ਼ਨ, ਪਹਿਲੇ ਦਾ ਡੈਰੀਵੇਟਿਵ ਜੋ ਕਿ ਆ ਗਿਆ ਆਪਣੇ ਕੋਲ 1/x, ਦੂਜੇ ਦਾ ਕੀ ਆ ਗਿਆ ਇੰਟੀਗ੍ਰੇਸ਼ਨ ਜੋ ਕਿ ਆ ਗਿਆ ਆਪਣੇ ਕੋਲ x, ਕਿਉਂਕਿ 1 ਹੈ ਨਾ 1 ਦਾ ਇੰਟੀਗ੍ਰੇਸ਼ਨ ਕੀ ਆ ਜੂ x, ਨਾਲ ਕੀ ਆ ਗਿਆ dx, x ਹੈ ਨਾ x ਕੈਂਸਲ ਆਊਟ ਹੋ ਗਿਆ। ਕਿੰਨਾ ਬਣਿਆ log x ਮਾਈਨਸ ਇਹ ਕਿੰਨਾ ਬਣ ਗਿਆ ਆਪਣੇ ਕੋਲ 1, ਤਾਂ 1 ਦਾ ਇੰਟੀਗ੍ਰੇਸ਼ਨ ਕਿੰਨਾ ਆ ਗਿਆ x, ਤਾਂ ਕਿੰਨਾ ਆ ਗਿਆ ਰਾਜੇ ਆਪਣੇ ਕੋਲ log x ਮਾਈਨਸ x ਪਲੱਸ c, ਜਿਹੜਾ ਜ਼ਰੂਰ ਨਾਲ ਤੁਸੀਂ ਲਗਾ ਦੇਣਾ। ਤਾਂ ਇਸ ਚੀਜ਼ ਦਾ ਧਿਆਨ ਰੱਖਣਾ ਹੈ। ਇੱਥੇ ਰਾਜੇ ਇੱਕ ਗੜਬੜ ਹੋ ਗਈ, log x ਦੇ ਨਾਲ x ਮਾਈਨਸ c ਇੱਦਾਂ ਆਊਗਾ। ਹੁਣ ਇੱਥੋਂ ਅਸੀਂ ਕਾਮਨ ਵੀ ਕੱਢ ਸਕਦੇ ਹਾਂ, ਕਾਮਨ ਕੱਢ ਕੇ ਕੀ ਆ ਜੂ ਆਪਣੇ ਕੋਲ log x ਮਾਈਨਸ 1 ਪਲੱਸ c। ਤਾਂ ਇਸ ਤਰ੍ਹਾਂ ਤੁਸੀਂ ਜਿਹੜਾ ਹੈ ਬੜੇ ਆਸਾਨੀ ਦੇ ਨਾਲ ਕੁਐਸਚਨਸ ਨੂੰ ਜਿਹੜਾ ਸੋਲਵ ਕਰ ਲੈਂਦੇ ਹੋ ਜੇ ਤੁਹਾਨੂੰ ਰੂਲਸ ਪਤਾ ਹੈ, ਜੇ ਤੁਹਾਨੂੰ ਪਤਾ ਹੈ ਵੀ ਕਿਹੜਾ ਸਟੈਪ ਅਸੀਂ ਸਟਾਰਟਿੰਗ ਤੋਂ ਫੋਲੋ ਕਰਨਾ ਹੈ। ਤਾਂ ਇੰਟੀਗ੍ਰੇਸ਼ਨ ਦੇ ਵਿੱਚ ਤਾਂ ਰਾਜੇ ਸਭ ਤੋਂ ਜ਼ਰੂਰੀ ਹੈ ਕਿ ਤੁਹਾਨੂੰ ਟੈਕਨੀਕਸ ਬਾਰੇ ਪਤਾ ਹੋਣਾ ਚਾਹੀਦਾ ਹੈ। ਨੈਕਸਟ ਐਗਜ਼ਾਮਪਲ ਜਿਹੜੀ ਤੁਸੀਂ ਖੁਦ ਕਰਨੀ ਹੈ, ਜਿਹਦੇ ਵਿੱਚ ਸਾਨੂੰ ਇੱਕ ਐਲਜੈਬਰਿਕ ਤੇ ਇੱਕ ਐਕਸਪੋਨੈਂਸ਼ੀਅਲ ਫੰਕਸ਼ਨ ਗਿਵਨ ਹੈ। ਤਾਂ ਇਹਨੂੰ ਵੀ ਜਿਹੜਾ ਤੁਸੀਂ ਥੋੜ੍ਹਾ ਜਿਹਾ ਧਿਆਨ ਨਾਲ ਕਰਕੇ ਮੈਨੂੰ ਦੇਖ ਲੈਣਾ, ਦੱਸ ਦੇਣਾ। ਜੇ ਕੋਈ ਵੀ ਪ੍ਰੋਬਲਮ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਪੁੱਛਿਆ ਕਰੋ। ਅੱਗੇ ਰਾਜੇ ਇਸੇ ਆਪਣੇ ਕੋਲ ਟੈਕਨੀਕ ਦੇ ਵਿੱਚ ਜਿਹੜੀ ਹੈ ਆਪਣੇ ਕੋਲ ਇੰਟੀਗ੍ਰੇਸ਼ਨ ਬਾਏ ਪਾਰਟਸ ਦੇ ਵਿੱਚ ਇੱਕ ਥਿਊਰਮ ਦੇ ਰੱਖੀ ਹੈ। ਥਿਊਰਮ ਕੀ ਦੇ ਰੱਖੀ ਆ, ਕਹਿੰਦੇ ਇੰਟੀਗ੍ਰੇਸ਼ਨ ਦੇ ਵਿੱਚ ਅਗਰ ਆਪਣੇ ਕੋਲ e ਦੀ ਪਾਵਰ x ਦੇ ਨਾਲ ਦੇ ਨਾਲ ਆਪਣੇ ਕੋਲ ਗਿਵਨ ਹੋਵੇ fx ਪਲੱਸ f ਡੈਸ਼ x, f ਡੈਸ਼ x ਦਾ ਕੀ ਮਤਲਬ ਹੈ ਵੀ ਆ ਫੰਕਸ਼ਨ ਦਾ ਡੈਰੀਵੇਟਿਵ, ਇੱਕ ਤਾਂ ex ਦੇ ਰੱਖਿਆ ਤੇ ਫਿਰ ਆਪਣੇ ਕੋਲ ਬ੍ਰੈਕਟ ਦੇ ਵਿੱਚ ਕੀ ਦੇ ਰੱਖਿਆ ਫੰਕਸ਼ਨ ਤੇ ਪਲੱਸ ਉਹਦੇ ਨਾਲ ਉਸੇ ਫੰਕਸ਼ਨ ਦਾ ਡੈਰੀਵੇਟਿਵ। ਤਾਂ ਡਾਇਰੈਕਟ ਆਨਸਰ ਕੀ ਦੇ ਇਕੁਅਲ ਆ ਜਾਊਗਾ e ਦੀ ਪਾਵਰ x ਜੋ ਕਿ ਸਾਨੂੰ ਆ ਦੇ ਰੱਖਿਆ, ਉਹਦੇ ਨਾਲ ਮਲਟੀਪਲਾਈ ਕਰ ਲਾਂਗੇ ਇਸ ਫੰਕਸ਼ਨ ਨੂੰ, ਉਹ ਆਪਣੇ ਕੋਲ ਡਾਇਰੈਕਟ ਆਨਸਰ ਆ ਜਾਊਗਾ। ਇਹ ਆਪਣੇ ਕੋਲ ਕੀ ਹੈ ਥਿਊਰਮ ਦੇ ਰੱਖੀ ਹੈ। ਲੇਕਿਨ ਇਸ ਥਿਊਰਮ ਨੂੰ ਜਿਹੜਾ ਅਸੀਂ ਫਾਈਂਡ ਆਊਟ ਕੀਤਾ ਹੈ ਉਹ ਬਾਏ ਇੰਟੀਗ੍ਰੇਸ਼ਨ ਬਾਏ ਪਾਰਟਸ ਹੀ ਫਾਈਂਡ ਆਊਟ ਕੀਤਾ। ਕਹਿਣ ਦਾ ਮਤਲਬ ਵੀ ਸਭ ਤੋਂ ਪਹਿਲਾਂ ਅਸੀਂ ਇਹਨੂੰ ਇਹਦੇ ਨਾਲ ਮਲਟੀਪਲਾਈ ਕਰ ਦਾਂਗੇ। ਅਗਰ ਤੁਸੀਂ ਬਾਏ ਇੰਟੀਗ੍ਰੇਸ਼ਨ ਬਾਏ ਪਾਰਟਸ ਨਾਲ ਕਰਨਾ ਹੈ ਤਾਂ ਉਹ ਇੱਦਾਂ ਬਣ ਜਾਊਗਾ ਪਲੱਸ e ਦੀ x ਇੰਟੂ f ਡੈਸ਼ x ਇੰਟੂ dx। ਇੱਦਾਂ ਤੁਸੀਂ ਇਹਨੂੰ ਪ੍ਰੂਫ ਕਰ ਸਕਦੇ ਹੋ ਬਾਏ ਪਾਰਟਸ ਦੇ ਥਰੂ। ਤਾਂ ਅਸੀਂ ਉਹ ਪ੍ਰੂਫ ਤਾਂ ਨਹੀਂ ਕਰਾਂਗੇ ਕਿਉਂਕਿ ਸਾਨੂੰ ਉਸ ਪ੍ਰੂਫ ਦੀ ਜ਼ਰੂਰਤ ਨਹੀਂ ਹੈ। ਲੇਕਿਨ ਅਸੀਂ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਵੀ ਜੇ ਸਾਨੂੰ ਕਿਤੇ ਇਸ ਤਰ੍ਹਾਂ ਦਾ ਇੰਟਾਗ੍ਰੈਂਡ ਮਿਲ ਜੇ ਤਾਂ ਉੱਥੇ ਅਸੀਂ ਡਾਇਰੈਕਟ ਯੂਜ਼ ਕਰ ਸਕਦੇ ਹਾਂ ਇਸ ਥਿਊਰਮ ਨੂੰ। ਐਗਜ਼ਾਮਪਲ ਦੇ ਰੱਖੇ ਪੇਪਰ ਦੇ ਵਿੱਚ, ਵੈਸੇ ਇਸ ਤਰ੍ਹਾਂ ਦੀ ਇੰਨੀ ਸਿੰਪਲ ਐਗਜ਼ਾਮਪਲ ਆਉਣ ਦਾ ਚਾਂਸ ਘੱਟ ਹੈ, ਲੇਕਿਨ ਫਿਰ ਵੀ ਅਸੀਂ ਦੇਖ ਲੈਂਦੇ ਹਾਂ ਕਿ ਸਾਡੇ ਕੋਲ ਫੰਕਸ਼ਨ ਦੇ ਰੱਖਿਆ ਇੰਟਾਗ੍ਰੈਂਡ ਦੇ ਰੱਖਿਆ e ਦੀ x ਮਲਟੀਪਲਾਈ ਬਾਈ log x ਪਲੱਸ 1/x। ਹੁਣ ਤੁਸੀਂ ਦੇਖੋ log x ਦਾ ਡੈਰੀਵੇਟਿਵ ਕਿੰਨਾ ਹੁੰਦਾ ਹੈ 1/x, ਤਾਂ ਆਹੀ ਫਾਰਮ ਬਣ ਗਈ। ਤਾਂ ਇਹਦਾ ਆਨਸਰ ਕਿੰਨਾ ਆ ਜੂ ਆਪਣੇ ਕੋਲ e ਦੀ x log x ਪਲੱਸ c। ਤਾਂ ਇੰਨਾ ਸੌਖਾ ਕੁਐਸਚਨ ਪੇਪਰ ਦੇ ਵਿੱਚ ਵੈਸੇ ਨਹੀਂ ਦਿੱਤਾ ਹੁੰਦਾ, ਥੋੜ੍ਹਾ ਜਿਹਾ ਇਸ ਤੋਂ ਡਿਫੀਕਲਟ ਐਗਜ਼ਾਮਪਲ ਮੈਂ ਤੁਹਾਨੂੰ ਇੱਕ ਹੋਰ ਦੱਸ ਦਿੰਦਾ। ਉਹ ਐਗਜ਼ਾਮਪਲ ਕੀ ਹੈ, ਕਹਿੰਦੇ e ਦੀ x ਮਾਈਨਸ 1 ਅਪੋਨ x ਸਕੇਅਰ ਇੰਟੂ dx। ਸਪੋਜ਼ ਆ ਕੁਐਸਚਨ ਆ ਗਿਆ। ਹੁਣ ਤੁਸੀਂ ਇਹ ਕੁਐਸਚਨ ਨੂੰ ਧਿਆਨ ਨਾਲ ਦੇਖੋ ਤਾਂ ਤੁਸੀਂ ਕਹੋਗੇ ਵੀ ਅੰਦਰ ਜਿਹੜਾ ਆਪਣੇ ਕੋਲ ਆਹ ਇੰਟਾਗ੍ਰੈਂਡ ਦੇ ਰੱਖਿਆ, ਮੈਂ ਦੁਬਾਰਾ ਥੋੜ੍ਹਾ ਜਿਹਾ ਨੂੰ ਲਿਖ ਦਿੰਦਾ x ਸਕੇਅਰ ਨੂੰ ਨੀਚੇ। ਹੁਣ ਤੁਸੀਂ ਧਿਆਨ ਨਾਲ ਦੇਖੋ ਵੀ ex ਤੋਂ ਬਾਅਦ ਸਾਡੇ ਕੋਲ ਆਹ ਫਾਰਮ ਬਣਨੀ ਚਾਹੀਦੀ ਹੈ, ਆਹ ਵਾਲੀ ਫਾਰਮ ਬਣਨੀ ਚਾਹੀਦੀ ਹੈ ਨਾ। ਲੇਕਿਨ ਆਹ ਫਾਰਮ ਤਾਂ ਸਾਡੇ ਕੋਲ ਬਣ ਹੀ ਨਹੀਂ ਰਹੀ। ex ਤੋਂ ਬਾਅਦ ਤਾਂ x ਮਾਈਨਸ 1 ਅਪੋਨ x ਸਕੇਅਰ ਦੇ ਰੱਖਿਆ ਤੇ x ਸਕੇਅਰ ਦਾ ਅਗਰ ਇਹਦਾ ਡੈਰੀਵੇਟਿਵ ਹੀ ਨਹੀਂ ਕਰ ਸਕਦੇ ਆਪਾਂ, ਤਾਂ ਡੈਰੀਵੇਟਿਵ ਕਰਨ ਲਈ ਤਾਂ ਸਾਨੂੰ ਪ੍ਰੋਸੈਸ ਥਰੂ ਜਾਣਾ ਪੈਣਾ। ਤਾਂ ਰਾਜੇ ਕਈ ਵਾਰ ਕੀ ਹੁੰਦਾ ਫੰਕਸ਼ਨ ਨੂੰ ਜਿਹੜਾ ਤੁਸੀਂ ਥੋੜ੍ਹਾ ਜਿਹਾ ਸਿੰਪਲੀਫਾਈ ਕਰ ਲਓਗੇ ਤਾਂ ਤੁਹਾਡੇ ਕੋਲ ਕੀ ਹੈ ਉਹ ਥਿਊਰਮ ਜਿਹੜੀ ਅਸੀਂ ਅਪਲਾਈ ਕਰਨਾ ਚਾਹੁੰਦੇ ਹਾਂ ਉਹ ਅਪਲਾਈ ਹੋ ਜਾਂਦੀ ਹੈ। ਮੈਂ ਕੀ ਕੀਤਾ ਨਿਊਮੀਨੇਟਰ ਦੇ ਨਾਲ x ਸਕੇਅਰ ਨੂੰ ਜਿਹੜਾ ਡਿਵਾਈਡ ਕਰ ਲਿਆ ਨਾ, ਆਹ ਵਾਲੇ x ਨੂੰ ਇੱਕ ਵਾਰ x ਸਕੇਅਰ ਨਾਲ ਡਿਵਾਈਡ ਕਰ ਰਿਹਾ, ਇੱਕ ਵਾਰ 1 ਨੂੰ x ਸਕੇਅਰ ਨਾਲ ਡਿਵਾਈਡ ਕਰ ਲਿਆ, ਅਲੱਗ-ਅਲੱਗ ਕਰਕੇ ਲਿਖਤਾ। ਕਹਿਣ ਦਾ ਮਤਲਬ ਹੁਣ ਜਦੋਂ ਤੁਸੀਂ ਐਲਸੀਐਮ ਲਾਓਗੇ ਤਾਂ ਫਿਰ ਉਹੀ ਚੀਜ਼ ਬਣ ਜੂਗੀ। ਤਾਂ ਇਹ ਆਪਣੇ ਕੋਲ ਕੀ ਬਣ ਜੂ e ਦੀ x, ਆ x ਨਾਲ x ਕੈਂਸਲ ਆਊਟ ਹੋ ਗਿਆ, ਕੀ ਬਣ ਗਿਆ 1/x ਮਾਈਨਸ 1/x ਸਕੇਅਰ ਇੰਟੂ dx। ਕਈ ਸਟੂਡੈਂਟਸ ਨੂੰ ਹਜੇ ਵੀ ਨਹੀਂ ਪਤਾ ਲੱਗਿਆ ਹੋਣਾ, ਇਹਨੂੰ ਹੋਰ ਥੋੜ੍ਹਾ ਜਿਹਾ ਸਿੰਪਲੀਫਾਈ ਕਰ ਲੈਂਦੇ ਹਾਂ। ਇਹ ਬਣ ਜੂ ਆਪਣੇ ਕੋਲ 1/x ਮਾਈਨਸ x ਦੀ ਪਾਵਰ -2 ਇੰਟੂ dx।
कई स्टूडेंट्स ਨੂੰ ਹੁਣ भी नहीं पता लग्या ना, इसनूं होर सिंपलीफाई कर लो, ये बन जू अपने को एक्स की पावर -1 माइनस एक्स की पावर -2 इंटू डी एक्स। हुण तुसीं देखो आ एफ एक्स है, ਇਹਦਾ डेरीवेटिव करो, डेरीवेटिव ऑफ एक्स की पावर -1 कितना आ गया -1 एक्स की पावर -2, क्योंकि -1 ਦੇ ਵਿੱਚ ਅਸੀਂ ਕੀ ਕਰਾਂਗੇ ਇੱਕ सबट्रैक्ट कर देंगे तो आजू -1 एक्स की पावर -2, कहने का मतलब -1 अपॉन एक्स स्केयर आ गया। तो देखो तुसी इस फंक्शन का डेरीवेटिव अपने कोल की है आ पिया डेरीवेटिव। तो कहने का मतलब जी भी कई बार साडे कोल डायरैक्ट जिहड़ा फॉर्मूला या डायरैक्ट थ्योरम अप्लाई नहीं होंदी, कई बार सानू थोड़ा सिंपलीफाई करना पैंदा है, तो उत्थे जिहड़ा साडा थोड़ा जिहा प्रैजेंस ऑफ माइंड भी काम करती है। हुण असीं की करांगे आ थ्योरम जिहड़ी इहदे उपर अप्लाई करांगे तो आंसर कितना आ जू ए दी पावर एक्स इंटू एक्स की पावर -1 प्लस सी, कितना आंसर आ गया ए दी एक्स अपॉन एक्स प्लस सी, ये अपने को आंसर आ गया। इसे क्वेश्चन तुसीं बाय पार्ट्स भी कर सकते हो, इसे क्वेश्चन तुसीं बाय पार्ट्स करोगे थोड़ा जिहा की आ जाऊगा लेंथी हो जाऊगा, इसे करके थ्योरम्स सानू जिहड़ियां दित्तियां गईयां ने। नैक्सट साडे कोल जिहड़ी टैक्नीक बारे मैं गल कीती सी भी असीं पढ़ांगे इंटीग्रेशन यूजिंग पार्शल फ्रैक्शन दे नाल, इस टैक्नीक की गल करते हैं। हुण देखो राजे सब तो पहला असीं ऑलरेडी डिस्कस कर चुके हैं भी जे अगर एफ एक्स अपॉन जी एक्स फॉर्म दे विच सानू इंटीग्रेशन इंटाग्रेंट दे रखा है भी सानू कह दिता जाए भी दो फंक्शन ने वो दोनों एक दूसरे नाल डिवाइड किए हुए हैं, तो जो असीं इहदा इंटीग्रेशन फाइंड आउट करना है तो असीं उत्थे एक चीज़ का ध्यान रखा सी भी जिहड़ी डिग्री है न्यूमीनेटर की वो घट होनी चाहिए है डिग्री ऑफ डिनोमीनेटर के नाल, तो जे अगर घट नहीं है तो असीं उहनूं की करांगे डिवाइड करांगे बाय लॉन्ग डिवीजन मैथड के नाल। हुण जिहड़ी तुसीं आ इंग्लिश लिखी देख रहे हो इनू पढ़ोगे ध्यान नाल, तो इत्थे लिखिआ कहंदे इफ एफ एक्स एंड जी एक्स आर टू पॉलीनोमियल्स दैन एफ एक्स अपॉन जी एक्स डिफाइनस ए रैशनल एल्जेब्रिक फंक्शन ऑफ एक्स। ठीक है जी, रैड अखर च रैड लैटर दे विच लिखिआ कहंदे इफ डिग्री ऑफ एफ एक्स इफ डिग्री ऑफ न्यूमीनेटर या एफ एक्स कह लो इज़ लैस दैन डिग्री ऑफ जी एक्स दैन एफ एक्स अपॉन जी एक्स इज़ कॉल्ड अ प्रॉपर रैशनल फंक्शन, तो उन्होंने की कहांगे असीं प्रॉपर रैशनल फंक्शन। तो एक गल जिहड़ी नोट करवाई है मैं इत्थे कि पार्शल फ्रैक्शन जिहड़ी है वो सिर्फ प्रॉपर रैशनल फंक्शन के उपर अप्लाई होंदी है। कहना मतलब जे तुहानूं एफ एक्स अपॉन जी एक्स इंटाग्रेंट दे रखा है तो सब तो पहला चैक करना भी वो प्रॉपर रैशनल फंक्शन है, डिग्री ऑफ न्यूमीनेटर डिग्री ऑफ डिनोमीनेटर तो घट है या नहीं। अगर नहीं है तो अगला जो पॉइंट है वो कहता इफ डिग्री ऑफ एफ एक्स या फिर डिग्री ऑफ न्यूमीनेटर इज़ ग्रेटर दैन और इक्वल टू डिग्री ऑफ जी एक्स या डिग्री ऑफ डिनोमीनेटर दैन एफ एक्स ऑफ अपॉन जी एक्स इज़ कॉल्ड एन इम्प्रॉपर रैशनल फंक्शन, तो वो इम्प्रॉपर रैशनल फंक्शन हो जाऊगा। तो इम्प्रॉपर नूं सब तो पहला सानू की करना पैना प्रॉपर बनाना पैना, प्रॉपर बनाने तो बाद जिहड़ा असीं पार्शल फ्रैक्शन अप्लाई करन पावांगे। तो राजे सब तो पहला जिहड़ा तुसी है वो इंटाग्रेंट नूं देखना है, एफ एक्स अपॉन जी एक्स नूं देखना है, तुसी काली नहीं करनी, पार्शल फ्रैक्शन तो जिहड़ा है उन्होंने अप्लाई करना बड़ा ईजी है, लेकिन ये चीज़ का ध्यान रखना भी साडे कोल फंक्शन इम्प्रॉपर है या प्रॉपर है, इनू मिस नहीं करना। सब तो पहला इसी चीज़ नूं जिहड़ा तुसी ध्यान नाल देखना है, क्योंकि जिहड़ी पार्शल फ्रैक्शन है वो सिर्फ प्रॉपर रैशनल फंक्शन पर अप्लाई होगी। तुसी देखिया नहीं इम्प्रॉपर है कि प्रॉपर है, तुसी पार्शल फ्रैक्शन अप्लाई करनी शुरू कर दी, बाद तुहानूं जो पता लग गया भी तो गलत हो गया, फिर तुहाडा टाइम जिहड़ा वेस्ट हो जाऊगा। आ जिहड़ा बॉक्स है इसनूं समझण तो पहलां थोड़ी जी गल्लां मैं जिहड़ियां तुहाडे नाल होर करनियां चाहुंदा। कहंदे मान लो साडे कोल प्रॉपर फंक्शन मिल गया सानूं, प्रॉपर मतलब डिग्री ऑफ डिनोमीनेटर इज़ ग्रेटर दैन डिग्री ऑफ डिनोमीनेटर। हुण असीं प्रॉपर फंक्शन की गल कर रहे हैं, प्रॉपर फंक्शन भी एफ एक्स अपॉन जी एक्स साडे कोल की है प्रॉपर फंक्शन है, ਉਹਦੇ ਲਈ कर रहे हैं कि ਹੁੰਦਾ पार्शल फ्रैक्शन किदां इनू ਜਿਹੜਾ ਅਸੀਂ करना गा ਉਹਦੇ बारे थोड़ा ਜਿਹਾ देख लीए स्टैप्स की ने है ना पार्शल फ्रैक्शन ਦੇ। देखो जी प्रॉपर फंक्शन है साडे कोल एफ एक्स अपॉन जी एक्स, एग्जाम्पल के नाल समझाऊँगा। अपन फंक्शन दे रखे 2x + 3 डिवाइडेड बाय x² + x + 1। ठीक है जी, ਇਹਦਾ ਅਸੀਂ ਕੀ फाइंड आउट करना है इंटीग्रेशन फाइंड आउट करना है। तो तुसी देखो भी हुण असी एक गल कीती सीगी भी डिनोमीनेटर का डेरीवेटिव कर लो, डिनोमीनेटर का डेरीवेटिव करके साडे कोल 2x + 1 आ गया, जबकि अपने कोल 2x + 3 है। तो असी कहा भी नहीं ये तो बन नहीं रही गल, हालांकि हो भी उस मैथड नाल भी जाता है, थोड़ा जा उस थोड़ी जी जी अलग तो करनी पैंदी है ऐड सबट्रैक्शन, वो बारे हो सके तो मैं गल करूँगा कि किस तरह उस मैथड नाल भी कर सकते हैं, लेकिन असी हुण पार्शल फ्रैक्शन की ही गल करते हैं। तो तुसी देखिया भी डिनोमीनेट इस दे उपर स्टैंडर्ड फंक्शन भी फॉर्मूला भी नहीं लग रहा कोई, तो तुसी देखिया भी x² + x + 1 है जिहड़ा है,
ठीक है जी। मैं पार्शल फ्रैक्शन लगानी है, एक्स स्क्वायर प्लस एक्स प्लस 1 है जो डिनोमीनेटर है, तो सब तो पहला ਉਹਦਾ ਕੀ करना है, ਤੁਸੀਂ ਉਹਦੇ ਉਹ ਬਣਾ ਲੈਣੇ ਨੇਗੇ, ਆਪਣਾ ਫੈਕਟਰ ਬਣਾ ਲੈਣੇ ਨੇ। ਜੇ ਤੁਸੀਂ ਧਿਆਨ ਨਾਲ ਦੇਖੋ ਡਿਨੋਮੀਨੇਟਰ ਨੂੰ, एक्स स्क्वायर प्लस एक्स प्लस 1 ਇਹ ਆਪਣੇ ਕੋਲ ਡਿਨੋਮੀਨੇਟਰ ਜਿਹੜਾ ਹੈ ਇਹਦੇ ਅਗਰ ਫੈਕਟਰ ਬਣਾਈਏ ਤਾਂ ਫੈਕਟਰ ਨਹੀਂ ਬਣ ਰਹੇ। ਜਦੋਂ ਵੀ ਤੁਹਾਡੇ ਕੋਲ ਇਹੋ ਜਿਹਾ ਕੁਐਸਚਨ ਆ ਜਾਏ ਵੀ ਜਿਹਦੇ ਵਿੱਚ ਡਿਨੋਮੀਨੇਟਰ ਦੇ ਫੈਕਟਰ ਨਹੀਂ ਬਣ ਰਹੇ ਤਾਂ ਰਾਜੇ ਉਹ ਪਾਰਸ਼ਲ ਫ੍ਰੈਕਸ਼ਨ ਦਾ ਕੁਐਸਚਨ ਨਹੀਂ ਹੈ। ਤਾਂ ਇਹ ਕੁਐਸਚਨ ਜਿਹੜਾ ਹੈ ਇਹ ਪਾਰਸ਼ਲ ਫ੍ਰੈਕਸ਼ਨ ਦਾ ਨਹੀਂ ਹੈ। ਤਾਂ ਪਾਰਸ਼ਲ ਫ੍ਰੈਕਸ਼ਨ ਦੇ ਕੁਐਸਚਨ ਨੂੰ ਕਰਨ ਵਾਸਤੇ ਜਾਂ ਪਾਰਸ਼ਲ ਫ੍ਰੈਕਸ਼ਨ ਦੀ ਟੈਕਨੀਕ ਨੂੰ ਯੂਜ਼ ਕਰਨ ਵਾਸਤੇ ਸਭ ਤੋਂ ਪਹਿਲੀ ਗੱਲ ਕੀ ਹੈ ਵੀ ਤੁਹਾਡੇ ਡਿਨੋਮੀਨੇਟਰ ਦੇ ਫੈਕਟਰ ਬਣਨੇ ਚਾਹੀਦੇ ਨੇ, ਉਹ ਜ਼ਰੂਰੀ ਨੇ। ठीक है जी। ये तो एग्जाम्पल सी जी कि साड़ी पार्शल फ्रैक्शन नाल रिलेटेड नहीं है। हुण पार्शल फ्रैक्शन नूं किस तरह अप्लाई करना है, मान लो तुहाडे कोल क्वेश्चन आ गया 2x प्लस 3 तो नीचे आ गया x प्लस 3x माइनस 5 इंटू dx। हुण तुसीं देखिया भी थल्ले तो फैक्टर बने पे ने, तुसीं कोई होर मैथड अप्लाई करके देखिया भी नहीं है जी वो तो बन ही नहीं रहा, ना तो साडे कोल इत्थे कोई स्टैंडर्ड फार्मूला है तो ना ही डिनोमीनेटर का जिहड़ा डेरीवेटिव करन ते साडे कोल न्यूमीनेटर आ रहा है, है ना। अजे असीं क्योंकि इहनूं पहलां सानूं की करना पैना, सॉल्व करना पैना, ब्रैकेट नूं ओपन करना पैना, फिर तुसीं डेरीवेटिव करोगे तो थोड़ा लंबा समय। पर तुसीं देखिया भी पार्शल फ्रैक्शन की जिहड़ी इह टाइप बन रही है भी डिनोमीनेटर दे विच फैक्टर बन रहे हैं, तो मैं इत्थे पार्शल फ्रैक्शन अप्लाई कर सकदा। ਹੁਣ ਪਾਰਸ਼ਲ ਫ੍ਰੈਕਸ਼ਨ ਕਿਵੇਂ ਅਪਲਾਈ ਕਰਦੇ ਨੇ ਉਹਦੇ ਸਟੈਪਸ ਦੇਖੋ। 2x + 3 ਅਪੋਨ x + 3x - 5 ਇਹਨੂੰ ਅਲੱਗ ਲਿਖ ਲਓ, ਇੰਟੀਗ੍ਰੇਸ਼ਨ ਨਹੀਂ ਲਿਖਣਾ ਇਹਦੇ ਨਾਲ, ਠੀਕ ਹੈ ਜੀ। ਡਿਨੋਮੀਨੇਟਰ ਦੇ ਫੈਕਟਰ ਬਣ ਰਹੇ ਨੇ ਲੀਨੀਅਰ ਤੇ ਦੋਨੇ ਜਿਹੜੇ ਫੈਕਟਰ ਨੇ ਉਹ ਸਾਡੇ ਕੋਲ ਡਿਫਰੈਂਟ ਨੇ, ਇੱਕ x + 3 ਇੱਕ x - 5। ਪਾਰਟੀਕੂਲਰ ਕੇਸ ਕਰ ਰਹੇ ਹਾਂ, ਪਾਰਟੀਕੂਲਰ ਐਗਜ਼ਾਮਪਲ ਦੇ ਨਾਲ ਪਾਰਟੀਕੂਲਰ ਕੇਸ ਸਮਝਾ ਰਿਹਾ ਮੈਂ ਤੁਹਾਨੂੰ। 2x + 3 ਅਪੋਨ x + 3 ਇੰਟੂ x - 5 ਦੇ ਰੱਖਿਆ, ਤਾਂ ਅਸੀਂ ਇਹਨੂੰ ਲਿਖਾਂਗੇ ਇਹ ਕੋਈ ਵੀ ਆਪਣੇ ਕੋਲ ਕੌਨਸਟੈਂਟ ਹੈ ਡਿਵਾਈਡਡ ਬਾਏ x + 3 ਪਲਸ b ਅਪੋਨ x - 5, ਇਸ ਤਰ੍ਹਾਂ ਅਸੀਂ ਇਹਨੂੰ ਲਿਖ ਸਕਦੇ ਹਾਂ, ਠੀਕ ਹੈ ਜੀ। ਹੁਣ ਸਾਡੇ ਕੋਲ ਕੰਮ ਕੀ ਰਹਿ ਗਿਆ, a ਤੇ b ਦੀ ਵੈਲਿਊ ਫਾਈਂਡ ਆਊਟ ਕਰਨ ਲਈ। ਜਦੋਂ ਦੋਨੇ ਫੈਕਟਰ ਡਿਫਰੈਂਟ ਹੋਣ, ਇਹ ਜਿਹੜਾ ਕੇਸ ਆਪਣੇ ਕੋਲ फैक्टर एक तो पॉसीबल हो गए डिनोमीनेटर के टिक लगाती, ठीक है जी। दूसरी चीज़ की आ गई ये अपने को फैक्टर पॉसीबल हो गए भी फैक्टर अपने को इत्थे बन रहे हैं, है ना। फैक्टर किहड़े बन रहे हैं, लीनियर फैक्टर बन रहे हैं। तो उस तो बाद दूसरी चीज़ की ध्यान च रखनी है, दूसरी चीज़ ध्यान रखनी है भी दोनों फैक्टर जिहड़े ने डिफरेंट बन रहे हैं, एक x + 3 है एक x - 5 है, ठीक है। आ दोनों चीज़ां जो ये दोनों चीज़ां लागू होंदियां उदों a अपॉन फस्ट फैक्टर प्लस b अपॉन सैकेंड फैक्टर तुसीं लिख देना है। हुण जे a ते b की वैल्यू फाइंड आउट कर ली तो इस सारे की जगह पर मैं आ लिख सकदा जिहदी इंटीग्रेशन करनी ईजी है, ठीक है, क्योंकि यदि इंटीग्रेशन पॉसीबल नहीं कर ही नहीं पा रहे सी असीं। यदि इंटीग्रेशन सौखी है क्योंकि सानूं कोल इत्थे a की जगह पर एक कॉन्सटेंट भरांगे, नीचे x + 3 है तो नीचे वाला डेरीवेटिव उपर पिया तो आपां कहांगे log x + 3 आ जाऊगा। तो इनू किस तरह सॉल्व करते हैं, a तो b की वैल्यू किस तरह सॉल्व करते हैं वो देखो। असी की करांगे राजे एलसीएम ले लांगे दोनों साइड ते दोनों साइड इन द सेंस इधर एलसीएम ले लांगे ए राइट हैंड साइड ते सॉरी एलसीएम लवांगे तो अपने को कितना बन जाऊगा, राइट हैंड साइड ते जे एलसीएम लवांगे तो अपने को बन जू a दी x - 5 a दे नाल मल्टीप्लाई x - 5 b दे नाल मल्टीप्लाई x + 3 ते डिवाइडेड बाय x + 3 इंटू x - 5। आ तो जोड़े दोनों कैंसल आउट हो जाएंगे, तक की आ गया अपने को आ गया 2x + 3 = ax - 5 प्लस bx + 3। हुण असीं वैल्यू फाइंड आउट कर रहे हैं a ते b की। जे तुसीं ध्यान नाल देखो तो इत्थे रजे तुसीं पढ़िया होना क्लासिस दे विच ऑलरेडी तुसीं पढ़ा भी रहे हो कि असीं इत्थे दो मैथड यूज़ करते हैं। पहला मैथड यूज़ करते हैं भी तुसीं x की जगह पर कोई इहो जी वैल्यू पुट करो जिहदे नाल साडा जां तां a खत्म हो जाए या फिर b खत्म हो जाए। हुण मैं इत्थे जे अगर x की वैल्यू पुट करा 5 तो मेरा a किहड़ा खत्म हो जाऊगा, 0 बन जाऊगा। तो 2x + 3 तो मैं a की कीता इत्थे मैं पुट किया x की जगह पर 5, इस तो अगला स्टैप इधर लिख लिया x की जगह पर की पुट मैं 5, तो इधर कितना आ जाऊगा जी 2 5 + 3 इधर कितना आ जाऊगा a 5 - 5 प्लस b 5 + 3, तो इधर कितना आ गया जी 13 आ तो 0 बन गया, तो b दे नाल कितना आ गया 8, तो b की वैल्यू कितनी आ गई 13/8 आ गई अपने को। हुण b की वैल्यू तो आ गई, हुण फाइंड आउट करनी है a की वैल्यू। इसनूं फस्ट इक्वेशन मान लो, फस्ट इक्वेशन पुट किया असीं। हुण मैं की करना राजे a नूं खत्म करके b की वैल्यू फाइंड आउट कर ली, हुण मैं b नूं खत्म करके a की वैल्यू फाइंड आउट करनी है। तो मैं की करूँगा पुट करूँगा b की जगह x की जगह पर एक बार -3, जो मैं -3 पुट किया तो b तो 0 हो गया। इधर कितना आ गया अपने को -3 × 2 -6 + 3 = a -3 - 5
कितना आ गया अपने कोल -3 इज इक्वल टू a इंटू -8 इंप्लाइज दैट a कितना आ गया अपने कोल 3/8 आ गया। इस तरह हम की करांगे राजे अपने आह जी a तो b की वैल्यू है इनू असी पुट कर देंगे। इत्थे आ जो 3/8 इत्थे कितना जो 13/8 आ जाऊगा। तो हुण की आ अपने कोल सिंपल बन गया क्वेश्चन की बन गया। इत्थे मैं थोड़े अपने को स्पेस घट है मैं इत्थे लिख रहा। तो की बन गया अपने कोल इंटीग्रेशन 2x + 3/x + 3x - 5 इहदी जगह ते मैं की लिख सकदा 3/8 नाल x + 3 प्लस 13/8 नाल x - 5 तो यदा की किया डेरीवेटिव। तो इनू तुसी की कर सकते हो ईजिली सॉल्व कर सकते हो क्योंकि नीचे अपने को लीनियर बन रही है तो स्टैंडर्ड फॉर्मूला अप्लाई हो जाऊगा तो आंसर आ जाऊगा। तो इस तरह जोड़ा है पार्शल फ्रैक्शन तुसी जोड़ा करना है। ये सी अपने कोल एग्जाम्पल दूजी टाइप दूजी। एक होर जी टाइप जी बनती है वो बारे मैं तुहानूं थोड़ा जिहा दस दिना इत्थे दस दिना एग्जाम्पल के नाल। ठीक है जी। ये अपने कोल रजे सी टाइप 1 भी जिथे साडा कंसैप्ट ही नहीं लागू होंदा। ठीक है। ये अपने कोल की सी अपनी टाइप 2 जिथे साडे कोल डिनोमीनेटर च फैक्टर भी बन रहे हैं तो दोनों अलग अलग भी ने। हुण मैं पढ़ाउण जा रहा जी अपने कोल तीसरी टाइप है। तीसरी टाइप की है भी साडे कोल डिनोमीनेटर च फैक्टर बन रहे हैं तो दोनों की बन रहे हैं सेम बन रहे हैं। फॉर एग्जाम्पल सानूं कह दें 2x + 3 डिवाइडेड बाय x - 4 के होल स्केयर की इंटीग्रेशन पता करो। हुण तुसीं देखिया भी नीचे डेरीवेटिव करके उपर न्यूमीनेटर के इक्वल तो बन ही नहीं रहा है ना। तो यदा मतलब अपने को आंसर जोड़ा उस मैथड ना तो आना नहीं डायरैक्ट भी साडे कोल कोई फॉर्मूला नहीं तो असीं की यूज़ करांगे पार्शल फ्रैक्शन यूज़ करांगे। तो पार्शल फ्रैक्शन वास्ते असीं सब तो पहला 2x + 3/x - 4 के होल स्केयर नूं अलग लिख लिया तो उन्होंने बराबर लिखांगे a/x - 4 प्लस b/x - 4 के होल स्केयर दे। जदों साडे कोल दो इक्को जिहियां डिनोमीनेटर दे विच फैक्टर आ जाते हैं दो इक्को जिहे फैक्टर आ जाते हैं तो असीं की करांगे सब तो पहला a/x - 4 मतलब एक पावर लिखांगे फिर दो पावर लिखांगे। मान लो इत्थे रजे तुहाडे कोल क्यूब आ जाता तो आपां की करदे a/x - 4 प्लस b/x - 4 का होल स्केयर प्लस c/x - 4 का क्यूब। तो इदा असीं पावर जी है ਵਧਾਉਂਦੇ जावांगे है ना। तो इस चीज़ उलझना नहीं है। फिर उस तो की करांगे असीं एलसीएम लवांगे एलसीएम लैके ए बी तो सी की वैल्यू फाइंड आउट करांगे या फिर ए तो बी की वैल्यू जी असीं फाइंड आउट करांगे जो सेम प्रोसैस जिहड़ा असीं इत्थे यूज़ कीता सीगा कि बाय सबसटीट्यूटिंग द वैल्यू एक नूं एलिमिनेट कर देंगे दूजे की वैल्यू आ जाऊ दूजे नूं एलिमिनेट कर देंगे पहले की वैल्यू आ जाऊगी। एक होर जी इंपॉर्टेंट टाइप है आ 5th टाइप है। सारिया टाइप कवर हो गई इत्थे। एक इंपॉर्टेंट टाइप है जी 5th टाइप है। 5th टाइप की कहते हैं कहते जे तुहाडे कोल इस तरह का फॉर्म इंटाग्रेंट होवे भी px² + qx + r उपर तुहाडे कोल क्वाड्रेटिक इक्वेशन बन रही है नीचे तुहाडे कोल एक फैक्टर दे रखा तो दूजा जिहड़ा साडे कोल क्वाड्रेटिक इक्वेशन दे रखी है वो अपने कोल उहदे फैक्टर नहीं बन रहे। मैं लिखा ना x² + bx + c कैनॉट बी फैक्टराइज फरदर उहदे फैक्टर नहीं बन रहे। तो असी उसनूं किवें लिखांगे असी सब तो पहला a/x - 1 भी आ फैक्टर का काम तो खत्म हो गया फिर प्लस हुण तुसीं देखो लिखना की सी असीं b/ जिहड़ा आ फैक्टर बन रहा इत्थे लेकिन फैक्टर नहीं बन रहा तो असीं की कीता पूरी दी पूरी उस क्वाड्रेटिक इक्वेशन नूं जिहड़ा लिख दिता जो कि x² + bx + c की फॉर्म च है। लेकिन इत्थे जिहड़ी गल नोट करन वाली है रजे नोट करन वाली गल की है कि जदों तुसीं पार्शल फ्रैक्शन दे विच इदां लिखोगे इनू रिजोल्व करके a/x - a + b/x² + bx + c तो उस केस दे विच तुहाडे कोल न्यूमीनेटर ते डिनोमीनेटर दोनों की x की पावर है जिहड़ा उहदे विच डिफरेंस 1 होना चाहिए। कहना मतलब इत्थे अगर असीं देखिए तो x0 लिखांगे x0 लिखांगे क्योंकि कुछ भी नहीं है x0 1 तो इत्थे नीचे की अपने को x की पावर हाईएस्ट पावर कितनी है 2 दोनों में डिफरेंस कितना आ रहा है 2 का ये गलत है। असी की करना है दोनों में डिफरेंस जो रखना है वो रखना है 1 का। इस करके असी b दे नाल x लगावांगे लेकिन असी इनू वेरीएबल के उपर नहीं छड़ सकते इस असी c कॉन्सटेंट लग तो लगाना पऊ क्योंकि उपर जो न्यूमीनेटर रजे उत्थे असी हमेशा कॉन्सटेंट ते ही एंड करना है कॉन्सटेंट ते ही एंड करना है। ठीक है। इस करके जदों असी b दे नाल x लगाया तो नाल असी +c लगाया क्योंकि असी इस न्यूमीनेटर नूं कॉन्सटेंट के उपर एंड करना है असी इसनूं वेरीएबल के उपर नहीं छड़ सकते। तो हुण जिहड़ा क्वेश्चन असी पिछे छड्ड के आए सी वो क्वेश्चन देख लैंदे आ वाली एग्जाम्पल
एग्जाम्पल सीगी कहते एक्स स्केयर प्लस 1 अपॉन एक्स स्केयर माइनस 1। सब तो पहली गल की सीगी कि साडे कोल रजे जिहड़ी आह न्यूमीनेटर की जिहड़ी डिग्री है तो डिनोमीनेटर की डिग्री है वो बराबर आ गई। फिर असीं की कीता सी इहनूं लॉन्ग डिवीजन मैथड दे नाल डिवाइड कीता सी। जदों असीं लॉन्ग डिवीजन मैथड दे नाल डिवाइड कीता सी तां अपने कोल आया सी 1 + 2 अपॉन एक्स स्केयर माइनस 1 है ना। तो ਇਹਦਾ ਅਸੀਂ ਕੀ ਕਰਨਾ ਸੀਗਾ इंटीग्रेशन। जो इंटीग्रेशन किया तो असीं की कर लिया सी अलग अलग करके लिख लिया सी। अलग अलग करके मतलब 1 × dx प्लस 2 बाहर लिख लिया 1 अपॉन एक्स स्केयर माइनस 1 × dx। आ तो जो सॉल्व हो जाऊगा ईजली आंसर आ गया x + 2। हुण तुसीं देखो डिनोमीनेटर दे विच तां साडे कोल एक्स स्केयर माइनस 1 के फैक्टर बन रहे हैं x - 1 ते x + 1। फैक्टर साडे कोल दोने की ने डिफरेंट। तो हुण असीं की यूज़ करांगे पार्शल फ्रैक्शन। तो असीं कहांगे भी 1 अपॉन x - 1 x + 1 कादे बराबर है a अपॉन x - 1 प्लस b अपॉन x + 1। इनू असीं सॉल्व कर लांगे एलसीएम लैके साडे कोल आ जाऊ a × x + 1 प्लस b × x - 1। एक और x ਨੂੰ -1 पुट करांगे एक और x ਨੂੰ 1 पुट करांगे। जो -1 पुट करांगे a एलिमिनेट हो जू, जो 1 पुट करांगे b एलिमिनेट हो जू। फिर उस तो असीं इंटीग्रेशन कर देंगे साडे कोल आंसर आ जाऊगा। तो इस तरह रजे तुसीं सारे प्रोसीजर जिहड़े ने शुरू तो बड़े ही ध्यान दे नाल करने ने ताकि कोई भी पार्ट जिहड़ा कोई भी क्वेश्चन मिस ना होवे। अगे साडे कोल कुछ इंपॉर्टेंट स्टैंडर्ड फार्मूले दे रखे ने। कहते 1 अपॉन a² प्लस x²। इस फॉर्म के विच अगर अपने कोल इंटाग्रेंट है कहना मतलब सोडे कोल 1 अपॉन 4 प्लस x² × dx की फॉर्म च आ गया। तुसीं इसनूं किस तरह लिख सकते हैं, लिख सकते 2² प्लस x² × dx। आही फॉर्म बन गई। तो आंसर कितना आ जाऊगा 1 अपॉन a कितना है 2 tan इनवर्स x अपॉन a कितना दे रखे 2 + c। तो ये अपने को रजे सीधा डायरैक्ट क्वेश्चन तो बहुत घट चांस ने पूछ लैन, लेकिन हाँ ये अपने को यूज़ होणगे इंटीग्रेशन दे विच। आ फॉर्मूले फरदर आप जो उन्होंने सिंपलीफाई करके लिखांगे। तो सब तो पहला फॉर्मूला 1 अपॉन a² प्लस x² का इंटीग्रेशन करन ते 1 अपॉन a tan इनवर्स x अपॉन a आऊगा। फॉर्मूले औखे ने याद करने पैने ने तुहानूं। फॉर्मूले याद होणगे तां ही जिहड़ा तुसीं क्वेश्चन सॉल्व कर पाओगे। कई बार डायरैक्ट क्वेश्चन आ जाता जिवें कि आह क्वेश्चन दे रखा मैं लास्ट वाला क्वेश्चन आ देखो तुसीं स्क्वायर रूट ऑफ x² माइनस 6x + 5। इस केस दे विच तां साडे कोल कोई भी इत्थों फॉर्मूला यूज़ होंदा नज़र नहीं आ रहा क्योंकि साडे कोल उत्थे एक क्वाड्रेटिक इक्वेशन बन रही है। क्वाड्रेटिक इक्वेशन बन रही है उत्थे तुसीं ध्यान नाल देखो। तो जी साडे कोल इक्वेशन बन रही है क्वाड्रेटिक इक्वेशन बन रही है ना, लेकिन साडे कोल उत्थे फॉर्मूले की ने x² माइनस a² दे। फॉर्मूला कहदा x² प्लस a² का। इस तरह की अपने को इंटाग्रेंट वास्ते तो फॉर्मूला बने नहीं। हाँ देखो x² माइनस a² का फॉर्मूला है, x² प्लस a² का फॉर्मूला है। इंटीग्रेशन दे विच अगर स्केयर रूट की गल करिए एक बार स्केयर रूट जिहड़ा साडे कोल डिनोमीनेटर च होऊगा, फिर साडे कोल स्केयर रूट अपने कोल न्यूमीनेटर दे विच भी है, उन्हां दे भी अलग तो फॉर्मूले है। तो ये फॉर्मूले जिहड़े ने तुसीं किवें ना किवें इन्हां प्रैक्टिस करो, याद करो। तो जदों इस तरह की फॉर्म बन जाए तो वह डायरैक्ट आंसर जिहड़ा साडे कोल आ पिया होऊगा। पर एग्जाम्पल की गल करिए जी साडी नैक्सट एग्जाम्पल है, पर जे साडे कोल इस तरह का कोई भी फॉर्म ना बने इंटाग्रेंट की तो की करांगे। हुण तुसीं देखो 1 अपॉन x² प्लस 3x प्लस 2 है। ਇਹਦਾ अगर तुसीं पार्शल फ्रैक्शन करने की कोशिश करो तो अजे ये फैक्टर नहीं बन रहे, तुसीं इहनूं फैक्टर च रिजोल्व नहीं कर पाओगे। तो जे तुसीं फैक्टर च रिजोल्व नहीं कर पाओगे फिर तुसीं देखोगे भी भाई इन्हां फार्मूलिਆਂ ਦੇ ਵਿੱਚੋਂ कोई फार्मूला लग जे, वो भी नहीं फार्मूला लग रहा क्योंकि ये क्वाड्रेटिक इक्वेशन बन रही है। हो इत्थे तो जद कि अपने को a² माइनस x² a² प्लस x² इदां की फॉर्म चाहिए है, बन नहीं रही। तो फिर आपां हुण इत्थे की करांगे, तो इत्थे रजे आपां जिहड़ा नोट कर लो जदों भी तुहाडे कोल इस तरह का क्वेश्चन आ जाए जिस च ना तो फैक्टर बन ते ना च अपने कोल स्टैंडर्ड जिहड़े फार्मूले उन्हां दे नाल टाइप बने, तो उस केस दे विच तुसीं नोट कर लो तुसीं जिहड़ा उत्थे होल स्केयर जिहड़ा बनाओगे, होल स्केयर कंप्लीट करोगे। इत्थे जो भी इस तरह के क्वेश्चन आ जान जिथे ना तो फैक्टर बने डिनोमीनेटर के विच पार्शल फ्रैक्शन ना लगे, तो ना ही जोड़े आ फार्मूले लिखे ने जोड़े 9-10 फार्मूले लिखे ने इन्हों कुछ नहीं यूज़ होंदा डायरैक्ट। तो उत्ते तुसीं पहला सब तो पहला की करोगे होल स्केयर कंप्लीट करोगे। होल स्केयर किवें कंप्लीट करते डिनोमीनेटर के विच वो देख लैंदे आ। सब तो पहला रजे मैं डिनोमीनेटर नूं लिख लैना x² प्लस 3x प्लस 2। तो असीं चैक करांगे भी किते इहदे फैक्टर तो नहीं बन रहे, जे फैक्टर बन रहा तो पार्शल डेरीवेटिव पार्शल फ्रैक्शन वाला कंसैप्ट लगा देंगे सॉरी। तो जे साडे कोल कोई स्टैंडर्ड फंक्शन स्टैंडर्ड फार्मूला यूज़ हो रहा तो स्टैंडर्ड फार्मूला यूज़ कर लांगे।
ਤੇ ਜੇ ਇਹਨਾਂ ਵਿੱਚੋਂ ਕੁਝ ਨਹੀਂ ਯੂਜ਼ ਹੋ ਰਿਹਾ ਤਾਂ ਅਸੀਂ ਕਹਾਂਗੇ ਵੀ ਥਿਊਰਮਸ ਲਗਾ ਕੇ ਦੇਖ ਲਾਂਗੇ, ਥਿਊਰਮਸ ਵੀ ਨਹੀਂ ਐਪਲੀਕੇਬਲ ਹੋ ਰਹੀਆਂ। ਉਸ ਤੋਂ ਬਾਅਦ ਅਸੀਂ ਕੀ ਕਰਾਂਗੇ, ਡਿਨੋਮੀਨੇਟਰ ਦੇ ਵਿੱਚ ਹੋਲ ਸਕੁਏਅਰ ਕੰਪਲੀਟ ਕਰਾਂਗੇ। ਹੋਲ ਸਕੁਏਅਰ ਕਿੱਦਾਂ ਕੰਪਲੀਟ ਕਰਦੇ ਆ, x ਦੇ ਨਾਲ ਕੁਆਡਰੇਟਿਕ ਇਕੁਏਸ਼ਨ ਦੇ ਵਿੱਚ ਜੋ ਕੋਫੀਸ਼ੀਐਂਟ ਹੈ ਉਹਦਾ ਕੀ ਕਰ ਦਿਓ ਹਾਫ, ਤੇ ਆਪਾਂ ਉਹਦਾ ਕੀ ਕਰ ਦੇਣਾ ਬਾਅਦ ਦੇ ਵਿੱਚ ਸਕੁਏਅਰ। ਸਕੁਏਅਰ ਕਰਕੇ ਆਪਣੇ ਕੋਲ ਬਣ ਜੂਗਾ 9/4। ਇਹ ਜੋ 9/4 ਬਣਿਆ ਇਹਨੂੰ ਇੱਕ ਵਾਰ ਕੀ ਕਰ ਦੇਣਾ ਐਡ, ਤੇ ਇੱਕ ਵਾਰ ਕੀ ਕਰ ਦੇਣਾ ਸਬਟਰੈਕਟ। ਤੇ ਜਦੋਂ ਅਸੀਂ ਦੇਖਾਂਗੇ ਧਿਆਨ ਦੇ ਨਾਲ ਤਾਂ ਆ ਆਪਣੇ ਕੋਲ ਕੀ ਕੰਪਲੀਟ ਹੋ ਰਿਹਾ x + 3/2 ਦਾ ਹੋਲ ਸਕੁਏਅਰ। ਤੇ ਇੱਧਰ ਆਪਣੇ ਕੋਲ ਕਿੰਨਾ ਬਣ ਗਿਆ ਰਾਜੇ -1/4। ਤੇ -1/4 ਨੂੰ ਅਸੀਂ ਕੀ ਲਿਖ ਸਕਦੇ ਹਾਂ 1/2 ਦਾ ਹੋਲ ਸਕੁਏਅਰ। ਚਲੋ ਜੀ ਅਸੀਂ ਵਾਪਸ ਆਉਂਦੇ ਆਪਦੇ ਇੰਟੀਗ੍ਰੇਸ਼ਨ ਤੇ 1/x² + 3x + 2 ਦੀ ਜਗ੍ਹਾ ਤੇ ਆ ਸਾਰੇ ਪ੍ਰੋਸੈਸ ਕਰਨ ਤੋਂ ਬਾਅਦ ਕੀ ਲਿਖ ਸਕਦੇ ਹਾਂ x + 3/2 ਦਾ ਹੋਲ ਸਕੁਏਅਰ -1/2 ਦਾ ਹੋਲ ਸਕੁਏਅਰ, ਤੇ ਉੱਪਰ ਕੀ ਆ ਜਾਊਗਾ ਆਪਣੇ ਕੋਲ dx। ਹੁਣ ਤੁਸੀਂ ਦੇਖੋ 1/x² ਮਤਲਬ ਵੇਰੀਏਬਲ ਮਾਈਨਸ a², ਕੋਈ ਫਾਰਮੂਲਾ ਹੈ ਆਪਣੇ ਕੋਲ 1/x² - a²। ਆ ਫਾਰਮੂਲਾ ਜਿਹੜਾ ਆਪਣੇ ਕੋਲ ਹੁਣ ਯੂਜ਼ ਕਰ ਪਾਵਾਂਗੇ। ਤਾਂ ਇਸ ਤਰ੍ਹਾਂ ਜਦੋਂ ਸਾਡੇ ਕੋਲ ਫੰਕਸ਼ਨ ਜਿਹੜਾ ਡਿਨੋਮੀਨੇਟਰ ਦੇ ਵਿੱਚ ਨਾ ਹੀ ਤਾਂ ਉਹਦਾ ਫੈਕਟਰ ਬਣ ਰਿਹਾ ਹੋਵੇ, ਨਾ ਹੀ ਜਿਹੜਾ ਆਪਣੇ ਕੋਲ ਕੋਈ ਸਟੈਂਡਰਡ ਰਿਜ਼ਲਟ ਯੂਜ਼ ਹੋ ਰਿਹਾ ਹੋਵੇ, ਥਿਓਰਮ ਯੂਜ਼ ਹੋ ਰਹੀ ਹੋਵੇ, ਤਾਂ ਅਸੀਂ ਕੀ ਕਰਾਂਗੇ ਉਹਨਾਂ ਦੇ ਹੋਲ ਸਕੁਏਅਰ ਕੰਪਲੀਟ ਕਰਾਂਗੇ। ਇਸੇ ਨਾਲ ਰਜੇ ਰਿਲੇਟਡ ਆ ਜਿਹੜਾ ਸਾਡੇ ਕੋਲ ਆਹ ਕੁਐਸਚਨ ਹੈ x² - 6x + 5। ਇਸ ਕੁਐਸਚਨ ਨੂੰ ਜ਼ਰੂਰ ਜਿਹੜਾ ਤੁਸੀਂ ਸੋਲਵ ਕਰਨਾ ਹੈ, ਤੇ ਤੁਸੀਂ ਸਾਰਿਆਂ ਨੇ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਣਾ ਹੈ ਵੀ ਤੁਹਾਡਾ ਆਨਸਰ x - 3/2 square root of x² - 6x + 5 minus 2 log x - 3 plus square root of x² - 6x + 5 plus c। ਇਹ ਆ ਰਿਹਾ ਕਿ ਨਹੀਂ ਆ ਰਿਹਾ? ਜੇ ਆ ਰਿਹਾ ਤਾਂ ਜ਼ਰੂਰ ਜਿਹੜਾ ਕਮੈਂਟ ਬਾਕਸ ਦੇ ਵਿੱਚ ਦੱਸਣਾ ਕਿ ਸਰ ਸਾਡਾ ਲਾਸਟ ਕੁਐਸਚਨ ਜਿਹੜਾ ਸੋਲਵ ਹੋ ਗਿਆ। ਜੇ ਨਹੀਂ ਸੋਲਵ ਹੋਇਆ ਤਾਂ ਵੀ ਦੱਸਣਾ, ਮੈਂ ਨੈਕਸਟ ਵੀਡੀਓ ਦੇ ਵਿੱਚ ਇਹਨੂੰ ਨਹੀਂ ਤਾਂ ਸੋਲਵ ਕਰਵਾ ਦੂੰਗਾ। ਤਾਂ ਇੱਥੇ ਰਜੇ ਸਾਡੇ ਜਿਹੜਾ ਹੈ ਇਨਡੈਫੀਨਾਈਟ ਇੰਟੈਗਰਲ ਕੰਪਲੀਟ ਹੁੰਦਾ ਹੈ। ਇਹਦਾ ਸਿਰਫ ਇੱਕ ਪਾਰਟ ਜਿਹੜਾ ਟ੍ਰਿਗਨੋਮੈਟਰੀ ਵਾਲਾ ਰਹਿੰਦਾ ਹੈ, ਉਹਦੀ ਅਲੱਗ ਤੋਂ ਮੈਂ ਸਪੈਸ਼ਲ ਵੀਡੀਓ ਬਣਾਉਂਗਾ ਕਿਉਂਕਿ ਉਹ ਅਲੱਗ ਕਨਸੈਪਟ ਹੈ, ਉਹ ਜ਼ਿਆਦਾ ਇੰਪੋਰਟੈਂਟ ਵੀ ਹੈ। ਪਰ ਉਹ ਜਿਹੜਾ ਸਾਡਾ ਇੰਟੀਗ੍ਰੇਸ਼ਨ ਦਾ ਇੰਡੈਫੀਨਿਟ ਪਾਰਟ ਹੈ ਉਹ ਪੂਰੇ ਦਾ ਪੂਰਾ ਜਿਹੜਾ ਕੰਪਲੀਟ ਇੱਥੇ ਹੋ ਜਾਂਦਾ ਹੈ।